ਪੰਜਾਬ ਦੇ ਵਿੱਚ ਬਹੁਤ ਸਾਰੇ ਮਾਫੀਆ ਜਿਹੜੇ ਹੈਗੇ ਆ ਉਹ ਸਰਗਰਮ ਹੈ। ਇਕੱਲੇ ਪੰਜਾਬ 'ਚ ਨਹੀਂ ਬਲਕਿ ਭਾਰਤ 'ਚ ਵੀ ਔਰ ਵਿਸ਼ਵ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ। ਤਾਂ ਇਹਨੂੰ ਬਦਲਾਅ ਦੀ ਭਾਵਨਾ ਲੈ ਕੇ ਜਾਂ ਇਹਨਾਂ ਨੂੰ ਖਤਮ ਕਰਨ ਵਾਸਤੇ ਜਾਂ ਇਹਨਾਂ ਨੂੰ ਐਕਸਪੋਜ਼ ਕਰਨ ਵਾਸਤੇ ਲਗਾਤਾਰ ਜਿਹੜੀ ਜਵਾਨੀ ਹੈ ਉਹ ਪੰਜਾਬ ਦੀ ਖਾਸ ਕਰਕੇ ਉਹ ਜ਼ੋਰ ਲਾਉਂਦੀ ਰਹਿੰਦੀ ਹੈ। ਸਾਡੇ ਨਾਲ ਦੋ ਅੱਜ ਨੌਜਵਾਨ ਅਜਿਹੇ ਮੌਜੂਦ ਆ ਜਿਨ੍ਹਾਂ ਨੇ ਮਾਫੀਆ, ਇੱਕ ਵੱਖਰੀ ਕਿਸਮ ਦਾ ਮਾਫੀਆ ਜਿਹੜਾ ਕਹਿ ਲਓ ਵੀ ਹਸਪਤਾਲ ਮਾਫੀਆ, ਡਾਕਟਰ ਮਾਫੀਆ, ਸਿਹਤ ਸਹੂਲਤਾਂ ਦੇ ਨਾਮ ਦੇ ਉੱਤੇ ਜਿਹੜਾ ਇੱਕ ਮਾਫੀਆ ਚੱਲ ਰਿਹਾ ਪੰਜਾਬ ਦੇ ਵਿੱਚ, ਕੁਛ ਭੋਲੇ ਭਾਲੇ ਲੋਕਾਂ ਨੂੰ ਆਯੁਰਵੈਦ ਦੇ ਨਾਮ ਦੇ ਉੱਤੇ ਜਾਂ ਅੰਗਰੇਜ਼ੀ ਦੇਸੀ ਦਵਾਈਆਂ ਦੇ ਨਾਮ ਦੇ ਉੱਤੇ ਜਿਹੜਾ ਲੋਕਾਂ ਨੂੰ ਗਲਤ ਚੀਜ਼ਾਂ ਦੇ ਕੇ ਮੋਟੀ ਕਮਾਈ ਕਰ ਰਹੇ ਆ ਔਰ ਨਾਲ ਲੋਕਾਂ ਦੀ ਸਿਹਤ ਦਾ ਖਿਲਵਾੜ ਵੀ ਕਰ ਰਹੇ ਆ। ਉਹਨਾਂ ਦੇ ਨਾਲ ਪਿਛਲੇ ਸਮੇਂ ਇਹਨਾਂ ਨੇ ਜਿਹੜਾ ਆਡਾ ਲਾਇਆ, ਪਰ ਹੁਣ ਜਿਹੜਾ ਹੈਗਾ ਆਪਣੀ ਇੱਕ ਵੱਡੀ ਲਕੀਰ ਖਿੱਚਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਅੱਜ ਕਰ ਰਹੇ ਆ। ਪਹਿਲਾ ਦਿਨ ਹੈ ਇਹਨਾਂ ਦਾ ਹਸਪਤਾਲ PNP ਤਲਵੰਡੀ ਸਾਬੋ ਉਹਦਾ ਮਹੂਰਤ ਸੀ, ਅਸੀਂ ਪੁੱਜੇ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਡਾਕਟਰ ਜੀ ਗੁਰਵਿੰਦਰ ਜੀ। ਧੰਨਵਾਦ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਤਾਂ ਅਮਰਤ ਨੂੰ ਅਸੀਂ ਕਿਸਾਨ ਸੰਘਰਸ਼ 'ਚ ਸਾਰਿਆਂ ਨੇ ਦੇਖਿਆ ਔਰ ਇਹਨਾਂ ਨੂੰ ਵੀ ਕਿਸਾਨ ਸੰਘਰਸ਼ 'ਚ ਦੇਖਿਆ, ਇਹ ਵੀ ਉੱਥੇ ਸੇਵਾਵਾਂ ਦਿੰਦੇ ਰਹੇ ਔਰ ਡਾਕਟਰੀ ਦੀ ਇਹਨਾਂ ਨੇ ਪੜ੍ਹਾਈ ਪ੍ਰਾਪਤ ਕੀਤੀ ਹੈਗੀ ਆ। ਤਾਂ ਪੁਨਰ ਨਵਾਂ ਪੰਜਾਬ ਜਿਹੜਾ ਹੈਗਾ ਹਸਪਤਾਲ, ਪਹਿਲਾਂ ਤਾਂ ਸਾਨੂੰ ਸ਼ੁਰੂਆਤੀ ਜਿਹੜਾ ਕਿ ਦੱਸ ਦਿਓ ਵੀ ਇਹ ਹਸਪਤਾਲ ਹੋਊਗਾ, ਇਹ 'ਚ ਕੀ ਕੁਛ ਖਾਸ ਜਿਹੜਾ ਹੈਗਾ ਉਹ ਲੋਕਾਂ ਦੀ ਸਿਹਤ ਸਹੂਲਤਾਂ ਬਾਰੇ ਤੁਸੀਂ ਇੱਥੇ ਇਲਾਜ ਕਰੋਗੇ ਕਿ ਉਹ ਆਯੁਰਵੈਦਿਕ ਹੋਊਗਾ ਜਾਂ ਅੰਗਰੇਜ਼ੀ ਤਰੀਕੇ ਨਾਲ ਕਰੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ 'ਤੇ। ਅਸੀਂ ਪੁਨਰ ਨਵਾਂ ਪੰਜਾਬ ਸੰਸਥਾ ਇੱਕ ਨਵੇਂ ਪੰਜਾਬ ਦੀ ਸਿਰਜਣਾ ਦੇ ਲਈ ਆਪਣਾ ਇੱਕ ਕਦਮ ਪੁੱਟਿਆ। ਅਸੀਂ ਚਾਹੁੰਦੇ ਹਾਂ, ਦੇਖੋ ਮੇਰੀ ਪੜ੍ਹਾਈ, ਮੈਂ BMS ਹਾਂ ਅਤੇ ਮੇਰੀ ਪੜ੍ਹਾਈ ਆਯੁਰਵੇਦ ਦੀ ਹੈ ਅਤੇ ਮੈਂ ਐਲੋਪੈਥੀ ਦੇ ਵੀ ਕਈ ਕਾਰਪੋਰੇਟ ਹਸਪਤਾਲਾਂ ਦੇ ਵਿੱਚ ਕੰਮ ਕੀਤਾ ਅਤੇ ਜਿੰਨੀ ਕੁ ਮੈਨੂੰ ਪੰਜਾਬ ਦੇ ਹੈਲਥ ਸੈਕਟਰ ਦੀ ਸਮਝ ਆਈ ਹੈ ਅਤੇ ਉਸ ਦੇ ਨਾਲ ਹੀ ਅਸੀਂ ਆਪਣੀ ਸਮਝ ਦੇ ਅਨੁਸਾਰ ਇੱਕ ਕਦਮ ਲੈ ਕੇ ਚੱਲੇ ਹਾਂ। ਅਸੀਂ ਦੇਖਦੇ ਹਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਅੰਮ੍ਰਿਤਵੀਰ ਮੇਰੇ ਨਾਲ ਮਿਲੇ, ਕਿਸਾਨ ਮੋਰਚੇ ਤੋਂ ਪਹਿਲਾਂ ਇਹਨਾਂ ਦੇ ਇੱਕ ਕੋਈ ਇੱਦਾਂ ਦੇ ਅਖੌਤੀ ਵੈਦ ਸੀ ਜੋ ਲੋਕਾਂ ਦੇ ਨਾਲ ਬੜਾ ਧੋਖਾ ਕਰ ਰਹੇ ਸੀ। ਇਹਨਾਂ ਨੇ ਮੈਨੂੰ ਦੱਸਿਆ ਕਿ ਆਪਾਂ ਉਹਨਾਂ ਦੇ ਖਿਲਾਫ ਲੜਨਾ। ਇਹਨਾਂ ਨੇ ਉਹਨਾਂ ਨਾਲ ਕੰਮ ਵੀ ਕੀਤਾ, ਉਹਨਾਂ ਨੂੰ ਐਕਸਪੋਜ਼ ਵੀ ਕੀਤਾ। ਹਾਲਾਂਕਿ ਹੋਇਆ ਕੁਛ ਨਹੀਂ, ਲੋਕ ਕੁਛ ਘਟੇ ਉਹਨਾਂ ਵੱਲ, ਪਰ ਅੱਜ ਵੀ ਉਹਨਾਂ ਦੀ ਦੁਕਾਨਦਾਰੀ ਲੋਕਾਂ ਨੂੰ ਲੁੱਟਣ ਦੀ ਉੱਦਾਂ ਹੀ ਚੱਲ ਰਹੀ ਹੈ। ਤਾਂ ਅਸੀਂ ਕਿਹਨੂੰ ਐਕਸਪੋਜ਼ ਕਰਾਂਗੇ? ਨਹੀਂ ਕਰ ਸਕਦੇ। ਅਤੇ ਉਸ ਲਈ ਅਸੀਂ ਇੱਕ ਕਦਮ ਲੈ ਕੇ ਚੱਲੇ। ਮੈਂ ਇਹਨਾਂ ਨਾਲ ਗੱਲ ਕੀਤੀ ਕਿ ਆਪਾਂ ਇੱਕ ਇੱਦਾਂ ਦੀ ਸੰਸਥਾ ਬਣਾਈਏ ਜਿਹਦੇ ਵਿੱਚ ਆਪਾਂ ਪੰਜਾਬ ਦੇ ਹੈਲਥ ਸਿਸਟਮ ਦੀ ਆਯੁਰਵੇਦ, ਕਿਉਂਕਿ ਮੇਰੀ ਪੜ੍ਹਾਈ ਹੈ, ਆਯੁਰਵੇਦ ਨੂੰ ਮੈਂ ਪੜ੍ਹਿਆ, ਆਯੁਰਵੇਦ ਨੂੰ ਮੈਂ ਜਾਣਿਆ, ਆਯੁਰਵੇਦ ਨਾਲ ਮੈਂ ਪਿਆਰ ਕੀਤਾ। ਮੈਂ ਆਯੁਰਵੇਦ ਦੀਆਂ ਜੜੀਆਂ ਬੂਟੀਆਂ ਨੂੰ ਆਪ ਜਾ ਕੇ ਬਹੁਤ ਵੈਦਾਂ ਦੇ ਕੋਲੋਂ ਸਿੱਖਿਆ ਅਤੇ ਉਹਨਾਂ ਨੂੰ ਖੋਜਿਆ ਅਤੇ ਨਿਰੰਤਰ ਉਹ ਸਾਡੀ ਖੋਜ ਜਾਰੀ ਹੈ। ਅਤੇ ਅਸੀਂ ਇਹੀ ਚੀਜ਼ ਲੈ ਕੇ ਚੱਲੇ ਹਾਂ ਕਿ ਇੱਕ ਆਪਾਂ ਇੱਦਾਂ ਦੀ ਲਕੀਰ ਖਿੱਚੀਏ, ਜਿੱਦਾਂ ਤੁਸੀਂ ਬੋਲਿਆ, ਕਿ ਜਿਹੜੇ ਲੋਕ ਧੋਖਾ ਕਰ ਰਹੇ ਨੇ ਲੋਕਾਂ ਦੇ ਨਾਲ ਸਿਹਤ ਦੇ ਨਾਮ 'ਤੇ, ਆਯੁਰਵੇਦ ਦੇ ਨਾਮ 'ਤੇ, ਆਪਾਂ ਉਹਨਾਂ ਨੂੰ ਅਸਲੀ ਚੀਜ਼ ਲੋਕਾਂ ਦੇ ਵਿੱਚ ਲੈ ਕੇ ਜਾਈਏ। ਸਿਹਤ ਬਾਰੇ ਜਾਣਕਾਰੀ, ਰੋਗਾਂ ਬਾਰੇ ਜਾਣਕਾਰੀ, ਆਯੁਰਵੇਦ ਦੀਆਂ ਜੜੀਆਂ ਬੂਟੀਆਂ ਬਾਰੇ ਜਾਣਕਾਰੀ ਉਹ ਅਸੀਂ ਮੁਹੱਈਆ ਕਰਵਾਉਣ ਵਾਸਤੇ ਅਤੇ ਇੱਕ ਸੰਸਥਾ, ਲੋਕ ਕਹਿੰਦੇ ਨੇ ਵੀ ਤੁਸੀਂ ਕਰੋਗੇ ਕਿਵੇਂ, ਉਹਦੇ ਵਾਸਤੇ ਅਸੀਂ ਇੱਕ ਅੱਜ ਕਦਮ ਪੁੱਟਿਆ ਅਤੇ ਉਹ ਅਸੀਂ ਅੱਗੇ ਜਿਵੇਂ ਕਰਾਂਗੇ ਸਾਰੇ ਲੋਕਾਂ ਨੂੰ ਵੀ ਪਤਾ ਚੱਲੇਗਾ, ਤੁਹਾਨੂੰ ਵੀ ਪਤਾ ਚੱਲੇਗਾ। ਅਤੇ ਇਸ ਸਾਡੇ ਹਸਪਤਾਲ ਦੇ ਵਿੱਚ ਆਯੁਰਵੇਦ ਦੇ ਨਾਲ ਫਿਜ਼ੀਓਥੈਰੇਪੀ, ਯੋਗਾ ਔਰ ਐਲੋਪੈਥੀ। ਦੇਖੋ ਕੋਈ ਵੀ ਪੈਥੀ ਨਹੀਂ ਮਾੜੀ, ਸਾਨੂੰ ਹਰ ਇੱਕ ਨਾਲ ਸਿੰਪੈਥੀ ਹੋਣੀ ਚਾਹੀਦੀ ਹੈ। ਜੇ ਅਸੀਂ ਕਿਸੇ ਨਾਲ ਸਿੰਪੈਥੀ ਰੱਖਾਂਗੇ ਤਾਂ ਕੋਈ ਵੀ ਪੈਥੀ ਨਹੀਂ ਮਾੜੀ, ਆਪਾਂ ਲੋਕਾਂ ਦਾ ਭਲਾ ਕਰਨਾ। ਐਮਰਜੈਂਸੀ ਦੇ ਵਿੱਚ ਐਲੋਪੈਥੀ ਆਪਣੀ ਜਗ੍ਹਾ, ਪਰ ਜਿਹੜੀਆਂ ਕਰੋਨਿਕ ਡਿਜੀਜ਼ ਨੇ, ਜਿਹੜੇ ਪੁਰਾਣੇ ਰੋਗ ਨੇ, ਉਹਨਾਂ ਦੇ ਵਿੱਚ ਆਯੁਰਵੇਦ ਆਪਣੀ ਥਾਂ 'ਤੇ। ਆਯੁਰਵੇਦ ਦੀ ਇੱਕ ਪੱਧਤੀ ਪੰਚਕਰਮਾਂ, ਜਿਹਨੂੰ ਸ਼ੁੱਧੀਕਰਨ ਕਹਿੰਦੇ ਆ, ਉਹ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਪੰਚਕਰਮਾਂ ਦੇ ਨਾਂ 'ਤੇ ਸਪਾ ਸੈਂਟਰ ਵੱਡੇ ਸ਼ਹਿਰਾਂ ਦੇ ਵਿੱਚ ਖੁੱਲ੍ਹੇ ਨੇ, ਪਰ ਅਸਲੀ ਪੰਚਕਰਮਾ ਕੀ ਆ ਉਹ ਅਸੀਂ ਦੱਸਣ ਲਈ ਲੋਕਾਂ ਦੇ ਵੱਲ ਆਏ ਹਾਂ। ਜੀ ਬਿਲਕੁਲ। ਤਾਂ ਵੈਸੇ ਹੈ ਤੇ ਮੁੱਦਾ, ਮੈਂ ਕਦੇ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੀ ਕੀਤੀ, ਪਰ ਮੈਨੂੰ ਲੱਗਿਆ ਵੀ ਜਦੋਂ ਪਹਿਲੇ ਦਿਨ, ਅੱਜ ਤੋਂ 1.5 ਮਹੀਨਾ ਪਹਿਲਾਂ ਹੀ, ਚੋਣਾਂ ਤੋਂ ਪਹਿਲਾਂ ਇੱਧਰ ਚੋਣ ਜਿਹੜਾ ਕਵਰੇਜ ਸਮੇਂ ਆਏ ਹੋਏ ਸੀ, ਕਹਿੰਦੇ ਵੀ ਅਸੀਂ ਹਸਪਤਾਲ ਬਣਾ ਰਹੇ ਹਾਂ। ਮੈਨੂੰ ਖੁਸ਼ੀ ਵੀ ਹੋਈ ਕਿਉਂਕਿ ਖੁਦ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸਾਡੇ ਬਜ਼ੁਰਗ ਮਾਪੇ ਆ, ਉਹ ਢਿੱਲੇ ਮੱਸੇ ਜਦੋਂ ਹੋ ਜਾਂਦੇ ਆ, ਜਿੱਦਾਂ ਮੇਰੇ ਮਾਤਾ ਜੀ ਨੂੰ ਗਠੀਆ ਵਾ, ਸਾਨੂੰ ਕਿਸੇ ਨੇ ਕਿਹਾ ਵੀ ਭਾਈ ਦੇਸੀ ਦਵਾਈ ਲੈ ਲਓ ਫਲਾਣੀ ਥਾਂ 'ਤੇ ਹੈ। ਚਲੋ ਮੈਂ ਅੱਡੇ ਦਾ ਨਾਮ ਨਹੀਂ ਦੱਸਦਾ, ਅਸੀਂ ਇਹ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ, ਅਸੀਂ ਦੇਸੀ ਦਵਾਈ ਖਾਣੀ ਸ਼ੁਰੂ ਕਰਤੀ। ਅਸੀਂ ਤਾਂ ਆਪਦੇ ਵੱਲੋਂ ਦੇਸੀ ਖਾਂਦੇ ਸੀ, ਉਹਨੇ ਪੁੜੀਆਂ ਬਣਾ ਦੇ ਦੇਣੀਆਂ ਅਤੇ ਉਹ 2.5-3 ਸਾਲ ਖਾਧੀ। ਇੱਕ ਦਿਨ ਕਿਤੇ ਪੁੜੀ ਮਾਤਾ ਨੇ ਨਾ ਖਾਧੀ, ਸ਼ਾਮ ਨੂੰ ਮਾਤਾ ਦਾ ਉਹਦਾ ਕੰਮ ਹੋਣ ਵਾਲਾ ਹੋ ਗਿਆ। ਮਾਤਾ ਦੇ ਤਾਂ ਹੱਥ ਮੁੜ ਕੇ ਹੱਥ ਕੁੰਡੇ ਹੋ ਗਏ।
ਫਿਰ ਅਸੀਂ ਲੰਮਾ ਸਮਾਂ ਜਿਹੜਾ ਹੈਗਾ ਫਿਰ ਡਾਕਟਰਾਂ ਕੋਲ ਗਏ। ਉਹ ਕਹਿੰਦੇ ਵੀ ਤੁਹਾਨੂੰ ਉਹ ਬੜੀ ਖਤਰਨਾਕ ਜਿਹੜੀ ਦਵਾਈ ਆ ਉਹ ਅੰਗਰੇਜ਼ੀ ਦਵਾਈ ਸੀ, ਉਹ ਘੋਲ ਕੇ ਭੋਰ ਕੇ ਜਿਹੜੀ ਹੈ ਚੂਰਨ ਬਣਾ ਕੇ ਚੂਰਾ ਬਣਾ ਕੇ ਤੁਹਾਨੂੰ ਕਹਿੰਦੇ ਦੇਸੀ ਆ। ਤਾਂ ਇੱਕ ਇਹ ਵੀ ਚੀਜ਼ ਚੱਲ ਰਹੀ ਹੈਗੀ ਆ ਜਿੰਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਨਾ ਡਾਕਟਰ ਸਾਹਿਬ ਇੰਨਾ ਡਰ ਪੈ ਗਿਆ। ਅਗਲਾ ਤਾਂ ਦੇਸੀ ਨਾ ਭਰਾਵਾ ਕਹਿੰਦਾ ਅੰਗਰੇਜ਼ੀ ਖਾਣਾ ਤਾਂ ਠੀਕ ਆ, ਪਰ ਦੇਸੀ ਜ਼ਹਿਰ ਨਹੀਂ ਖਾਣਾ, ਇੰਨਾ ਡਰ ਪੈਦਾ ਹੋ ਗਿਆ। ਜੀ ਜੀ ਜੀ, ਇਹ ਤੁਹਾਡੀ ਗੱਲ ਬਹੁਤ ਦਰੁਸਤ ਹੈ। ਤੁਸੀਂ ਐਲੋਪੈਥੀ ਦੇ ਹਸਪਤਾਲਾਂ ਦੇ ਵਿੱਚ ਜਾਓਗੇ, ਵੱਡੇ ਵੱਡੇ ਸੈਂਟਰਾਂ ਦੇ ਵਿੱਚ, ਉਹ ਲੋਕਾਂ ਤੋਂ ਹਿਸਟਰੀ ਲੈਂਦੇ ਨੇ ਕਿ ਤੁਸੀਂ ਕੋਈ ਦੇਸੀ ਦਵਾਈ ਖਾਧੀ, ਉਹਦੇ ਤੇ ਲਿਖ ਦਿੰਦੇ ਨੇ ਕਿ ਹਿਸਟਰੀ ਆਫ ਦੇਸੀ ਦਵਾਈ, ਤੇ ਉੱਥੋਂ ਹੀ ਉਹ ਅੰਦਾਜ਼ਾ ਲਾ ਲੈਂਦੇ ਨੇ ਕਿ ਵੀ ਦੇਸੀ ਦਵਾਈ ਖਾਧੀ ਆ ਤਾਂ ਦੈਟ ਮੀਨਸ ਉਹਦੇ ਵਿੱਚ ਕੋਈ ਕੱਚੀਆਂ ਭਸਮਾਂ ਹੋਣਗੀਆਂ ਤਾਂ ਇਹਨਾਂ ਦੇ ਗੁਰਦੇ ਫੇਲ ਉਹਦੇ ਕਰਕੇ ਹੋਏ ਨੇ। ਹਾਲਾਂਕਿ ਇਦਾਂ ਕੁਝ ਨਹੀਂ ਹੁੰਦਾ। ਆਯੁਰਵੇਦ ਦੇ ਵਿੱਚ ਜੇ ਇੱਕ ਭਸਮ ਬਣਾਉਣ ਦਾ ਤਰੀਕਾ ਦੱਸਿਆ ਤਾਂ ਉਹਨੂੰ ਪਹਿਲਾਂ ਸ਼ੋਧਨ ਦੱਸਿਆ, ਫਿਰ ਉਹਦਾ ਮਾਰਨ ਦੱਸਿਆ, ਫਿਰ ਉਹਨੂੰ ਉਹਦੀਆਂ ਇੰਡੀਕੇਸ਼ਨ ਜੀ ਦੱਸੀਆਂ ਨੇ, ਉਹਦੀਆਂ ਕਾਊਂਟਰ ਇੰਡੀਕੇਸ਼ਨ ਦੱਸੀਆਂ ਨੇ, ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਕਦੋਂ ਦੇਣਾ, ਕਿਵੇਂ ਦੇਣਾ, ਹਰ ਇੱਕ ਚੀਜ਼। ਪਰ ਅੱਜ ਆਪਣੇ ਲੋਕਾਂ ਦੇ ਵਿੱਚ ਕੀ ਹੋਇਆ, ਆਯੁਰਵੇਦ ਲੋਕ ਕਹਿੰਦੇ ਨੇ, ਜਦੋਂ ਲੋਕ ਐਲੋਪੈਥੀ ਤੋਂ ਅੱਕ ਜਾਂਦੇ ਨੇ, ਉਹਨਾਂ ਨੂੰ ਭਲਾ ਨਹੀਂ ਹੁੰਦਾ, ਲੋਕ ਦਵਾਈ ਕੰਟੀਨਿਊ ਚੱਲਦੀ ਹੈ, ਤਾਂ ਬੰਦਾ ਕਹਿੰਦਾ ਵੀ ਮੈਂ ਦੇਸੀ ਦਵਾਈ ਲੈ ਕੇ ਆਉਣਾ। ਦੇਸੀ ਦਵਾਈ ਦਾ ਨਾਮ ਬਹੁਤ ਵੱਡਾ ਸੀ, ਪਰ ਕੁਝ ਕੁ ਲੁਟੇਰੇ ਲੋਕਾਂ ਨੇ ਪੁੜੀਆਂ ਬਣਾ ਕੇ ਉਹਦੇ ਵਿੱਚ ਐਲੋਪੈਥੀ ਦੀਆਂ ਦਵਾਈਆਂ ਪਾ ਕੇ ਉਹਦਾ ਨਾਮ ਖਰਾਬ ਕਰ ਦਿੱਤਾ। ਤੇ ਇਹੀ ਚੀਜ਼ਾਂ ਐਕਸਪੋਜ਼ ਕਰਨ ਦੇ ਲਈ, ਇਹੀ ਚੀਜ਼ਾਂ ਨੂੰ ਦੇਖੋ, ਆਯੁਰਵੇਦ ਕੋਈ ਇਹ ਨਹੀਂ ਹੈ ਕਿ ਪੁੜੀਆਂ ਨੇ ਸਿਰਫ। ਆਯੁਰਵੇਦ ਦੇ ਵਿੱਚ ਬਹੁਤ ਸੋਹਣੀ ਪੈਕਿੰਗ ਦੇ ਵਿੱਚ ਵੀ ਮੈਡੀਸਨ ਆਉਂਦੀਆਂ ਨੇ, ਤੇ ਬਹੁਤ ਵਧੀਆ ਤਰੀਕੇ ਨਾਲ ਵੀ ਆਯੁਰਵੇਦ ਦੇ ਵਿੱਚ ਕੰਪਨੀਆਂ ਵੀ ਕੰਮ ਕਰ ਰਹੀਆਂ ਨੇ। ਬਹੁਤ ਵੱਡਾ ਇਹਦਾ ਵਿਸਥਾਰ ਆ, ਉਹਨੂੰ ਇੱਕ ਨਿੱਕਾ ਜੀ ਆਪਾਂ ਪੁੜੀਆਂ ਤੱਕ ਸੀਮਿਤ ਕਰ ਦੇਣਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਬਿਲਕੁਲ। ਤਾਂ ਅਸੀਂ ਐਲੋਪੈਥੀ ਜਿਹੜੀ ਹੈਗੀ ਆਯੁਰਵੈਦਿਕ ਦਵਾਈਆਂ ਤੇ ਵੀ ਗੱਲਬਾਤ ਕਰਾਂਗੇ। ਤਾਂ ਅਮਰ ਸਿੰਘ, ਤੁਹਾਡਾ ਚੱਕਰ ਪਿਆ ਰਿਹਾ 2 ਸਾਲ ਪਹਿਲਾਂ ਆਪਣੀ ਉਦੋਂ ਗੱਲ ਵੀ ਹੋਈ ਸੀ, ਤਾਂ ਤੁਹਾਡੇ ਇਲਾਕੇ 'ਚ ਵੀ ਇੱਕ ਅਜਿਹਾ ਕੋਈ ਸੀ ਜਿਹੜਾ ਕਹਿੰਦਾ ਸੀ ਮੈਂ ਆਯੁਰਵੈਦਿਕ ਦਵਾਈਆਂ ਦੇਣਾ, ਔਰ ਬੜੇ ਲੋਕਾਂ ਦਾ ਉਹਨੇ ਭੱਠਾ ਪਾਇਆ। ਤੁਸੀਂ ਮੈਨੂੰ ਯਾਦ, ਆਪਾਂ ਵੀਡੀਓ ਰਿਕਾਰਡ ਕਰ ਲਈ ਸੀ, ਪਰ ਉਸ ਤੋਂ ਬਾਅਦ ਪੁਲਿਸ ਕੇਸ ਕੂਸ ਕਾਫੀ ਹੋ ਗਏ। ਤਾਂ ਕੀ ਸੀ ਉਹ, ਸਾਨੂੰ ਥੋੜ੍ਹਾ ਜਿਹਾ ਦੱਸ ਦਿਓ ਵੀ ਅਕਸਰ ਉਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ ਉਹ ਕਿਵੇਂ ਲੋਕਾਂ ਦਾ ਨੁਕਸਾਨ ਕਰਦੇ ਆ। ਮਤਲਬ ਉਹ ਜਿਹੜਾ ਤੁਹਾਡੇ ਇਲਾਕੇ 'ਚ ਇੱਕ ਬੜਾ ਆਪਣੇ ਆਪ 'ਚ ਵੈਦ ਸੀ, ਅਖੌਤੀ ਵੈਦ ਸੀ, ਹਾਲਾਂਕਿ ਵੈਦ ਤੇ ਬੜੇ ਸਤਿਕਾਰਯੋਗ ਸ਼ਬਦ ਨੇ, ਵੈਦ ਹੀ ਹੁੰਦੇ ਸੀ ਸਾਡੇ, ਕਿਉਂਕਿ ਪੰਜਾਬ ਦੇ ਵਿੱਚ ਜਾਂ ਇਸ ਭਾਰਤ ਦੇ ਵਿੱਚ ਵੀ ਜਿਹੜਾ ਪੁਰਾਣਾ ਸਮਾਂ ਸੀਗਾ, ਜਦੋਂ ਅੰਗਰੇਜ਼ ਆ ਗਏ, ਅੰਗਰੇਜ਼ੀ ਪੋਸ਼ਾਕਾਂ, ਅੰਗਰੇਜ਼ੀ ਜਿਹੜੇ ਖਾਣੇ, ਅੰਗਰੇਜ਼ੀ ਦਵਾਈਆਂ ਆ ਗਈਆਂ, ਬਿਮਾਰੀਆਂ ਵੀ ਅੰਗਰੇਜ਼ੀ ਤੇ ਫਿਰ ਇਲਾਜ ਵੀ ਅੰਗਰੇਜ਼ੀ ਹੋ ਗਏ। ਬਿਲਕੁਲ। ਵੇਖੋ ਜੀ, ਜਿਵੇਂ ਉਸ ਵਾਕਿਆ ਨਾਲ ਤੁਸੀਂ ਤੇ ਬੜੀ ਚੰਗੀ ਤਰ੍ਹਾਂ ਹੀ ਜਾਣੂ ਹੋ, ਬਹੁਤ ਸਾਰੇ ਲੋਕ ਵੀ ਸੋਸ਼ਲ ਮੀਡੀਆ ਥਰੂ ਉਸ ਵਾਕਿਆ ਤੋਂ ਜਾਣੂ ਹੋ ਕਿ ਐਵੇਂ ਦਾ, ਜਿਵੇਂ ਤੁਸੀਂ ਦੱਸਿਆ ਵੀ ਐਵੇਂ ਦਾ ਪਰਸਨ ਸੀਗਾ, ਤੇ ਮਤਲਬ ਅਖੌਤੀ ਵੈਦ, ਤੇ ਜਿਹੜਾ ਆਯੁਰਵੇਦ ਦੇ ਨਾਂ ਦੇ ਉੱਤੇ ਲੋਕਾਂ ਨਾਲ ਲੁੱਟ ਕਰ ਰਿਹਾ ਸੀ। ਅਸੀਂ ਕੋਸ਼ਿਸ਼ ਕੀਤੀ ਵੀ ਉਹਨੂੰ ਐਕਸਪੋਜ਼ ਕੀਤਾ ਜਾਵੇ, ਕਾਫੀ ਹੱਦ ਤੱਕ ਉਹਦੇ ਵਿੱਚ ਸਫਲਤਾ ਵੀ ਮਿਲੀ, ਪਰ ਮਤਲਬ ਹੁਣ ਦਾ ਸਮਾਂ ਕੀ ਆ ਵੀ ਅੱਜ ਕੱਲ੍ਹ ਲੋਕ ਇਹ ਉਸ ਚੀਜ਼ ਵੱਲ ਨਹੀਂ ਜਾਂਦੇ ਹੈਗੇ ਕਿ ਹਾਂ ਆਪਾਂ ਕਿਸੇ ਨੂੰ ਜੇ ਮਾੜੇ ਨੂੰ ਮਾੜਾ ਕਹਿੰਦੇ ਆ, ਲੋਕ ਕਹਿੰਦੇ ਆ ਵੀ ਲੋਕ ਕਹਿੰਦੇ ਵੀ ਬਦਲ, ਤੁਸੀਂ ਕੀ ਦੇ ਸਕਦੇ ਹੋ। ਉਦੋਂ ਵੀ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਯਾਰ ਜੇ ਇਹ ਨਹੀਂ ਤਾਂ ਫੇਰ ਕੀ। ਹੁਣ ਇਹ ਆਪਾਂ ਆਮ ਸਰਕਾਰ 'ਚ ਵੀ ਵੇਖ ਲਿਆ ਵੀ ਹਾਂ ਫਲਾਣੇ ਲੁੱਟਣ ਵਾਲੇ ਸੀ ਯਾਰ, ਹੁਣ ਫਿਰ ਉਹ ਚੀਜ਼ ਆਪਾਂ ਸਰਕਾਰ ਦੇ ਵਿੱਚ ਵੀ ਵੇਖੀ ਆ। ਅਤੇ ਮੈਂ ਉਸ ਗੱਲ 'ਤੇ ਨਹੀਂ ਬਹੁਤਾ ਫੋਕਸ ਕਰੂੰਗਾ। ਮੈਂ ਇਹ ਕਹੂੰਗਾ ਵੀ ਹਾਂ ਜਿਹੜਾ ਉਦੋਂ ਮੇਰੇ ਮਨ 'ਚ ਆਉਂਦਾ ਸੀ ਵੀ ਹਾਂ ਕੀ ਮਤਲਬ ਜੇ ਇੰਨੀ ਲੋਕ ਉਮੀਦ ਲੈ ਕੇ ਆਯੁਰਵੇਦ ਵੱਲ ਆਉਂਦੇ ਆ, ਕਿਉਂਕਿ ਉੱਥੇ ਲੋਕ ਐਵੇਂ ਦੇ ਆਉਂਦੇ ਹੁੰਦੇ ਸੀਗੇ ਜਿਹੜੇ ਜਿਵੇਂ ਆਮ ਹਸਪਤਾਲਾਂ ਦੇ ਵਿੱਚੋਂ ਦਵਾਈਆਂ ਲੈ ਕੇ ਅੱਕ ਚੁੱਕੇ ਸੀ, ਡਾਕਟਰਾਂ ਵੱਲੋਂ ਜਵਾਬ ਮਿਲ ਗਿਆ ਸੀਗਾ, ਉੱਥੇ ਉਮੀਦੀਕਰਨ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਮਿਲਦੀ ਹੁੰਦੀ ਸੀ, ਪਰ ਉੱਥੇ ਤਾਂ ਉਹਨਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਸੀ। ਪਰ ਮੈਨੂੰ ਇਹ ਲੱਗਦਾ ਸੀ ਕਿ ਐਵੇਂ ਸੰਭਵ ਹੈ ਵੀ ਕਿਤੇ ਮਤਲਬ ਕਿਵੇਂ ਨਾ ਕਿਵੇਂ ਇਹਨਾਂ ਦਾ ਭਲਾ ਕੀਤਾ ਜਾ ਸਕੇ, ਜਾਂ ਇਹਨਾਂ ਲਈ ਸੱਚੀ ਮੁੱਚੀ ਉਹ ਜੋ ਆਯੁਰਵੇਦ ਦੀ ਜੋ ਚੀਜ਼ ਲੈਣ ਆਏ ਆ, ਜਾਂ ਜਿਵੇਂ ਦੀ ਇਹ ਇਲਾਜ ਲਈ ਭਾਲ 'ਚ ਆਏ ਆ, ਉਹ ਕੀ ਦਿੱਤਾ ਜਾ ਸਕਦਾ। ਉਹਦੇ ਲਈ ਮੈਂ ਤੇ ਗੁਰਵਿੰਦਰ ਵੀਰਾ ਅਸੀਂ ਪਹਿਲਾਂ +2 ਦੇ ਵਿੱਚ ਇਕੱਠੇ ਪੜ੍ਹੇ ਹਾਂ, ਮਤਲਬ ਸੰਪਰਕ ਦੇ ਵਿੱਚ ਥੋੜ੍ਹਾ ਰਹਿੰਦੇ ਸੀ, ਪਰ ਮੈਂ ਇਹਨਾਂ ਨੂੰ ਵੇਖਦਾ ਰਹਿੰਦਾ ਸੀਗਾ। ਜਿਵੇਂ ਇਹਨਾਂ ਨੇ ਐਜੂਕੇਸ਼ਨ ਪੂਰੀ ਕੀਤੀ, ਉਸ ਸਿਲਸਿਲੇ ਦੇ ਵਿੱਚ ਵੀ ਮੈਂ 1-2 ਵਾਰੀ ਮਿਲਿਆ ਇਹਨਾਂ ਨੂੰ, ਉਹ ਜਿਹੜਾ ਸੀ ਕੰਮ ਵੈਦ ਵਾਲਾ। ਅਤੇ ਪਰ ਫਿਰ ਅਸੀਂ ਇਹੀ ਨਿਚੋੜ ਕੱਢਿਆ ਵੀ ਆਪਾਂ ਕਿਸੇ ਦੇ ਖਿਲਾਫ ਚੱਲਣ ਦੀ ਬਜਾਏ ਜੇ ਆਪਾਂ ਉਹਦਾ ਕੋਈ ਲੋਕਾਂ ਨੂੰ ਅਲਟਰਨੇਟ ਦਈਏ, ਉਹ ਜ਼ਿਆਦਾ ਵਧੀਆ। ਉਸ ਤੋਂ ਬਾਅਦ ਤੁਸੀਂ ਵੇਖਿਆ ਅੰਦੋਲਨ ਦੇ ਵਿੱਚ ਜਿੰਨੀ ਕੋਈ ਸੇਵਾ ਮਾਲਕ ਨੇ ਬਖਸ਼ੀ ਉਹ ਨਿਭਾਈ। ਉੱਥੇ ਨਾ ਪਹਿਲਾਂ ਤਾਂ ਇੱਕ ਹੁੰਦਾ ਬੇਸਿਕ ਆਈਡੀਆ, ਫਿਰ ਹੌਲੀ ਹੌਲੀ ਨਰਸ਼ ਹੁੰਦਾ ਜਾਂਦਾ ਹੈ। ਉਸ ਅੰਦੋਲਨ ਨੇ ਸਾਡੀਆਂ ਇਹਦੇ 'ਚ ਜੜ੍ਹਾਂ ਲਾ ਦਿੱਤੀਆਂ। ਖੇਤੀ ਕਾਨੂੰਨ ਸੀਗੇ, ਉਹ ਸਵਾਲ ਸੀ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਹਰੇਕ ਕਹਿੰਦਾ ਸੀ ਅੱਗੇ ਆਪਾਂ ਕੀ ਕਰਨਾ। ਅੱਜ ਪੰਜਾਬ ਦਾ ਹਜੇ ਵੀ ਸਾਡੇ ਸਾਹਮਣੇ 3 ਲੱਖ ਕਰੋੜ ਦੇ ਲਗਭਗ ਜਿਹੜਾ ਕਰਜ਼ਾ ਉਹ ਸਾਡੇ ਲਈ ਚੈਲੰਜ ਹੈ ਵੀ ਕਿਵੇਂ ਕਰ ਸਕਦੇ ਹਾਂ ਉਹ। ਕਿਉਂ ਜੇ ਆਪਾਂ ਸਰਕਾਰ 'ਤੇ ਵੱਡੀ ਉਮੀਦ ਰੱਖਾਂਗੇ, ਹਾਂ ਸਰਕਾਰ ਕੁਛ ਨਾ ਕੁਛ ਕਰ ਸਕਦੀ ਹੈ, ਪਰ ਸਾਰਾ ਕੁਛ ਸਰਕਾਰ ਨਹੀਂ ਕਰ ਸਕਦੀ ਹੈਗੀ। ਲੋਕ ਕਹਿੰਦੇ ਆ ਝੋਨੇ ਦਾ ਬਦਲ ਦਿਓ, ਕਣਕ ਦਾ ਬਦਲ ਦਿਓ, ਗੱਲਾਂ ਐਵੇਂ ਦੀਆਂ ਬਹੁਤ ਹੁੰਦੀਆਂ ਨੇ, ਪਰ ਵਾਕਿਆ ਹੀ ਪ੍ਰੈਕਟੀਕਲ ਦੇ ਵਿੱਚ ਕੀ ਕੁਛ ਕੀਤਾ ਜਾ ਸਕਦਾ। ਹਾਂ ਜਿਹੜਾ ਪੁਨਰ ਨਵਾਂ ਪੰਜਾਬ ਹੈ, ਅਤੇ ਪੁਨਰ ਨਵਾਂ ਇਹਦੇ 'ਚ ਸ਼ਬਦ ਹੈ ਨਾ ਜੀ, ਉਹ ਪੁਨਰ ਨਵਾਂ ਹਿੰਦੀ ਦਾ ਸ਼ਬਦ ਹੈ।
ਇਡਸਿਟ ਨੂੰ ਕਹਿ ਦਿੰਦੇ ਆ। ਆਪਾਂ ਆਮ ਖੇਤਾਂ ਦੇ ਵਿੱਚ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਉਹਨਾਂ ਨੇ ਇਡਸਿਟ ਵੇਖੀ ਹੋਊਗੀ। ਆਮ ਇਡਸਿਟ ਨੂੰ ਮਾਰਨ ਦੇ ਲਈ ਇੰਨੀ ਕੁ ਸਪਰੇਅ ਕੀਤੀ ਜਾਂਦੀ ਹੈ, ਕੋਈ ਅੰਤ ਹੀ ਨਹੀਂ ਹੈਗਾ। ਪਰ ਉਹ ਇੱਕ ਐਡੀ ਗੁਣਾਕਾਰੀ ਜੜੀ ਬੂਟੀ ਆ ਵੀ ਉਹ ਸਾਡੇ ਸਰੀਰ ਨੂੰ ਦੁਬਾਰਾ ਜਿਵੇਂ ਆਪਾਂ ਕਹਿ ਦਈਏ ਰੀਜਨਰੇਟ ਕਰ ਸਕਦੀ ਆ, ਇੰਨੀ ਬਿਮਾਰੀਆਂ ਖਤਮ ਕਰ ਸਕਦੀ ਆ। ਉਹੀ ਸਾਡਾ ਕਨਸੈਪਟ ਆ ਵੀ ਹਾਂ ਵੀ ਸਾਡੇ ਅਵੇਅਰਨੈਸ ਹੀ ਨਹੀਂ ਹੈਗੀ। ਸਾਡੇ ਕੋਲ ਬਹੁਤ ਕੁਛ ਹੈ ਵੀ ਮਤਲਬ ਜਿਹੜੇ ਆਪਾਂ ਸਟੈਪ ਚੱਕ ਕੇ ਜਾਂ ਸਾਡੇ ਆਸ-ਪਾਸ ਤੋਂ ਥੋੜ੍ਹੀ ਜਿਹੀ ਸਾਨੂੰ ਜਦੋਂ ਜਾਣਕਾਰੀ ਹੋ ਜੂਗੀ, ਅਸੀਂ ਆਪਣੀਆਂ ਆਲੇ ਦੁਆਲੇ ਦੀਆਂ ਜੜੀਆਂ ਬੂਟੀਆਂ, ਆਲੇ ਦੁਆਲੇ ਦੀਆਂ ਚੀਜ਼ਾਂ ਤੋਂ ਹੀ ਇਨਕਮ ਵੀ ਲੈ ਸਕਾਂਗੇ, ਪਲੱਸ ਉਹਦੇ ਨਾਲ ਸਾਡੀ ਆਪਣੀ ਸਿਹਤ ਦਾ ਇਲਾਜ ਵੀ ਕਰ ਸਕਾਂਗੇ। ਇਹ ਸੀ ਜੀ ਜਦੋਂ ਅੰਦੋਲਨ ਤੋਂ ਬਾਅਦ ਸਾਡੀ ਸੋਚ। ਮੈਂ ਇੱਕ ਇਹ ਪੁੱਛਦਾ, ਜਿੱਦਾਂ ਤੁਹਾਡਾ ਕਿਸੇ ਉਹ ਵੈਦ ਦੇ ਨਾਲ ਸੀਗਾ ਜਿਹੜਾ ਚੱਕਰ, ਤਾਂ ਕਿਸ ਤਰੀਕੇ ਦੇ ਨਾਲ, ਜੇ ਤੁਸੀਂ ਇੱਕ ਜਾਂ ਕੋਈ ਦੋ ਖਾਸ ਉਦਾਹਰਨਾਂ ਵੀ ਮਤਲਬ ਸਭ ਤੋਂ ਵੱਧ ਬਿਮਾਰੀ ਜਿਹੜੀ ਹੈਗੀ ਆ ਉਹ ਜੈਨੂਅਨ ਲੋਕ ਜਿਹੜੇ ਸਭ ਤੋਂ ਵੱਧ ਦੇਸੀ ਜਿਹੜੇ ਵੈਦਾਂ ਦੇ ਕੋਲੇ, ਹੁਣ ਜਿਹੜੇ ਅੱਜ ਕੱਲ੍ਹ ਅਖੌਤੀ ਵੈਦ ਦੇਸੀ ਬਣੇ ਹੋਏ ਆ, ਥਾਂ ਥਾਂ 'ਤੇ ਪੋਸਟਰ ਲੱਗੇ ਨਾ, ਦੇਸੀ ਦਵਾਖਾਨਾ, ਦੇਸੀ ਆ, ਮੈਂ ਦੇਸੀ ਆ, ਔਰ ਹਾਲਾਂਕਿ ਉਹਨਾਂ ਤੋਂ ਲੋਕ ਤੰਗ ਵੀ ਬਹੁਤ ਆ। ਸਾਨੂੰ ਵੀ ਕਈਆਂ ਨੇ ਸੰਪਰਕ ਕੀਤਾ, ਮੈਂ ਉਹ ਤੋਂ ਦੇਸੀ ਦਵਾਈ ਲੈਂਦਾ ਸੀ, ਉਲਟਾ ਮੇਰੇ ਗੁਰਦੇ ਬਹਿ ਗਏ, ਉਹਨੇ ਪੈਸੇ ਬੜੇ ਜ਼ਿਆਦਾ ਲੈ ਲਏ ਹੈ ਨਾ, ਜਾਂ ਉਹਨੇ ਕੋਈ ਹੋਰ ਸ਼ੋਸ਼ਣ ਕੀਤਾ ਮੇਰਾ। ਤਾਂ ਕਿਸ ਤਰੀਕੇ ਨਾਲ ਇਹ ਬੰਦਿਆਂ ਦਾ ਨੁਕਸਾਨ ਕਰਦੇ ਆ, ਕਿਸ ਤਰ੍ਹਾਂ ਕਰਦੇ? ਵੇਖੋ, ਜਿਵੇਂ ਤੁਸੀਂ ਕਿਹਾ ਵੀ ਕਿਸੇ ਪਾਰਟੀਕੂਲਰ ਬਿਮਾਰੀ ਲਈ ਇੱਕ ਬਹੁਤ ਗਲਤ ਧਾਰਨਾ ਇਹਨਾਂ ਵੈਦਾਂ ਨੇ ਬਣਾ ਦਿੱਤੀ ਹੈ। ਇਹਨਾਂ ਨੇ ਸਿਰਫ ਜਿਹੜੀ ਮਤਲਬ ਸਾਡਾ ਮਤਲਬ ਆਮ ਜਿਵੇਂ ਜੈਂਟਸ ਦੇ ਅਤੇ ਲੇਡੀਜ਼ ਦੇ ਜਿਹੜੇ ਰੋਗ ਨੇ, ਸਿਰਫ ਆਯੁਰਵੇਦ ਐਡੀ ਵੱਡੀ ਪੱਧਤੀ ਹੈ। ਇੱਥੇ HIV ਦਾ ਵੀ ਇਲਾਜ ਹੈ, ਇਹਦੇ ਵਿੱਚ ਕੈਂਸਰ ਦਾ ਵੀ ਇਲਾਜ ਹੈ, ਇਹਦੇ ਵਿੱਚ ਦੁਨੀਆ ਦੀ ਹਰੇਕ ਬਿਮਾਰੀ ਦਾ ਇਲਾਜ ਬਸ਼ਰਤੇ ਇੱਕ ਕਰਨ ਵਾਲਾ ਹੋਵੇ ਅਤੇ ਇੱਕ ਇਲਾਜ ਕਰਵਾਉਣ ਵਾਲਾ ਹੋਵੇ, ਅਤੇ ਉਹ ਦੋਵੇਂ ਸਹੀ ਮਿਲ ਜਾਣ ਅਤੇ ਇਹਦੇ 'ਚ ਹਰੇਕ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਪਰ ਉਹਨਾਂ ਨੇ ਸਿਰਫ ਬਹੁਤ ਸਾਡੀਆਂ ਜਿਹੜੀਆਂ ਮਤਲਬ ਸਰੀਰਕ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਤੱਕ ਹੀ ਸੀਮਿਤ ਕਰਕੇ ਰੱਖ ਦਿੱਤਾ। ਆਪਾਂ ਵੇਖਾਂਗੇ ਜੇ ਇਹਦੀ ਬਜਾਏ ਕੇਰਲਾ ਵੱਲ ਹੈ, ਕੇਰਲਾ ਦੇ ਵਿੱਚ ਆਯੁਰਵੇਦ ਦੀਆਂ ਇੰਡੀਆ ਦੀਆਂ ਜਿਹੜੀਆਂ ਕੇਰਲਾ ਦੇ ਵਿੱਚ ਜੜ੍ਹਾਂ ਮੰਨੀਆਂ ਜਾਂਦੀਆਂ ਨੇ, ਅਤੇ ਉਹੀ ਇਸ ਇਲਾਜ ਨੂੰ, ਇਹੀ ਆਯੁਰਵੇਦ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਗਏ ਆ। ਅਤੇ ਸਾਡੇ ਪੰਜਾਬ ਵਾਲੇ ਜਿਹੜੇ ਵੈਦ ਆ, ਇਹਨਾਂ ਨੇ ਕਿਸੇ ਹੋਰ ਕੰਮ 'ਚ ਹੀ ਲਾ ਦਿੱਤਾ ਹੈ ਸਿਰਫ ਆਯੁਰਵੇਦ ਨੂੰ। ਦੂਸਰੀ ਵੱਡੀ ਚੀਜ਼ ਤੁਸੀਂ ਕਿਹਾ ਨਾ ਵੀ ਇਹਨਾਂ ਲੁੱਟ ਦਾ ਸ਼ਿਕਾਰ, ਮੈਂ ਕਹੂੰਗਾ ਵੀ ਹਰ ਸਾਲ ਮਤਲਬ ਕਰੋੜਾਂ ਰੁਪਇਆ ਬਾਹਰਲੇ ਦੇਸ਼ਾਂ ਤੋਂ ਲੋਕ ਇਹਨਾਂ ਵੈਦਾਂ ਨੂੰ ਦਿੰਦੇ ਆ ਵੀ ਆਹੀ ਦਵਾਈਆਂ ਕਰਕੇ, ਸੋ ਕਾਲਡ ਮਤਲਬ ਚਾਹੇ ਤੁਸੀਂ ਕਹਿ ਦਿਓ ਤਾਕਤ ਵਧਾਉਣ ਦੀਆਂ ਦਵਾਈਆਂ ਜਾਂ ਇੱਦਾਂ ਦੀਆਂ ਦਵਾਈਆਂ ਕਰਕੇ। ਪਰ ਅਸੀਂ ਕੋਸ਼ਿਸ਼ ਕਰਨੀ ਹੈ ਲੋਕਾਂ ਦੇ ਮਨ 'ਚੋਂ ਇਹੀ ਧਾਰਨਾ ਖਤਮ ਕਰਨ ਦੀ ਕਿ ਇਹਨਾਂ ਚੀਜ਼ਾਂ ਲਈ ਨਹੀਂ ਸਿਰਫ ਆਯੁਰਵੇਦ ਬਣਿਆ ਹੈਗਾ। ਇਹ ਆਯੁਰਵੇਦ ਦਾ ਇੰਨਾ ਕੁ ਪਰਮਾਤਮਾ ਵੱਲੋਂ, ਕਿਉਂਕਿ ਰਿਸ਼ੀਆਂ ਮੁਨੀਆਂ ਨੇ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ, ਗ੍ਰੰਥ ਜਿਹੜੇ ਦਿੱਤੇ ਹੋਏ ਆ, ਇੰਨੀ ਸੁਚਾਰੂ ਚੀਜ਼ ਆ ਵੀ ਅਸੀਂ ਮਤਲਬ ਆਪਣੇ ਸਰੀਰ ਨੂੰ ਸੋਧ ਕੇ ਪਰਮਾਤਮਾ ਵੱਲ ਕਿਵੇਂ ਵੱਧ ਸਕਦੇ ਹਾਂ। ਇਹ ਤਾਂ ਉਹ ਚੀਜ਼ ਸੀਗੀ, ਇਹ ਕਿਤੇ ਗਲਤ ਸਾਈਡ ਤੇ ਲੈ ਗਏ ਆ ਜੀ। ਬਿਲਕੁਲ, ਤਾਂ ਇਹ ਵੀ ਹੈਗਾ। ਤਾਂ ਤੁਸੀਂ ਡਾਕਟਰ ਸਾਹਿਬ ਕੀ ਕਹਿੰਦੇ ਹੋ, ਜਿੱਦਾਂ ਹੁਣ ਸਭ ਤੋਂ ਵੱਧ, ਜਿੱਦਾਂ ਮੈਂ ਸਟਾਰਟਿੰਗ 'ਚ ਸ਼ਬਦ ਬੋਲਿਆ ਸੀ ਮਾਫੀਆ, ਪੰਜਾਬ 'ਚ ਬਹੁਤ ਸਾਰੇ ਮਾਫੀਆ, ਪੂਰੇ ਇੰਡੀਆ 'ਚ ਜਾਂ ਦੁਨੀਆ 'ਚ ਹੀ ਹੈਗੇ ਆ। ਇੱਥੇ ਇਸ ਗੱਲੋਂ ਬਹੁਤ ਲੋਕ ਤੰਗ ਆ, ਕਿਉਂਕਿ ਦੁੱਖ ਤੇ ਸਰੀਰ ਬਣਿਆ ਤੇ ਦੁੱਖ ਵੀ ਨਾਲ ਬਣੇ, ਸੁੱਖ ਵੀ ਬਣੇ ਆ। ਕਿਸੇ ਦਾ ਸਰੀਰ ਦੇਖਣ 'ਚ ਚੰਗਾ ਅੰਦਰੋਂ ਮਾੜਾ, ਕਿਸੇ ਦਾ ਦੇਖਣ 'ਚ ਮਾੜਾ ਅੰਦਰੋਂ ਚੰਗਾ। ਕਈ ਨੇ ਬੰਦਾ ਪਤਲਾ ਜਾਏ, ਢੀਠ ਬੜਾ, ਨਾ ਇਹਨੂੰ ਬੁਖਾਰ ਚੜ੍ਹੇ, ਨਾ ਇਹਨੂੰ ਜ਼ੁਕਾਮ ਹੋਵੇ, ਨਾ ਧੁੱਪੇ ਵੀ ਲੱਗਾ ਰਹਿੰਦਾ। ਤਾਂ ਪਰ ਜਦੋਂ ਕਿਤੇ ਦੁੱਖ ਸੁੱਖ ਆ ਜਾਂਦੇ ਆ, ਬੰਦੇ ਹਸਪਤਾਲਾਂ 'ਚ ਜਾਂਦੇ ਆ, ਉੱਥੇ ਟੈਸਟ ਬਹੁਤ ਮਹਿੰਗੇ ਆ, ਇਲਾਜ ਬਹੁਤ ਮਹਿੰਗੇ ਆ। ਕਈ ਬੰਦੇ ਤਾਂ ਇਸ ਕੋਲੋਂ ਹੀ ਨੰਗ ਹੋਏ ਖਲੋਤੇ, ਗਰੀਬ, ਉਹ ਇਲਾਜ ਹੀ ਨਹੀਂ ਕਰਾ ਸਕਦੇ। ਜੇ ਕਿਤੇ ਇੱਕ ਘਰ ਦੇ ਵਿੱਚ ਕੋਈ ਮਾੜੀ ਬਿਮਾਰੀ ਆ ਗਈ, ਹੁਣ ਆਪਾਂ ਮਾਲਵੇ 'ਚ ਬੈਠੇ ਹਾਂ, ਦਮਦਮਾ ਸਾਹਿਬ, ਇੱਥੇ ਹਰ ਮਹੱਲੇ ਦੇ ਵਿੱਚ 2-2 4-4 ਮਰੀਜ਼ ਕੈਂਸਰ ਦੇ ਆ। ਮੈਂ ਮੁਕਤਸਰੋਂ ਆ, ਸਾਡੇ ਮਹੱਲੇ 'ਚ ਵੀ ਕੈਂਸਰ ਨਾਲ ਮੌਤਾਂ ਹੋਈਆਂ, ਮਤਲਬ ਅਣਗਿਣਤ ਕੈਂਸਰ ਦੇ ਮਰੀਜ਼ ਆ, ਔਰ ਇਹ ਆ ਵੀ ਇਹਦਾ ਇਲਾਜ ਕੋਈ ਨਹੀਂ ਗਾ। ਕੀ ਆਯੁਰਵੇਦ ਦੇ ਵਿੱਚ ਇਹਦਾ ਇਲਾਜ ਸੰਭਵ ਹੋ ਸਕੂਗਾ? ਤੁਸੀਂ ਅੱਜ ਸ਼ੁਰੂਆਤ ਕਰ ਰਹੇ ਹੋ ਔਰ ਗੁਰੂ ਪਾਤਸ਼ਾਹ ਦੀ ਧਰਤੀ 'ਤੇ ਕਰ ਰਹੇ ਹੋ। ਜੀ ਦੇਖੋ, ਤੁਸੀਂ ਇੱਕ ਗੱਲ ਕੀਤੀ ਹੈ ਕੈਂਸਰ ਦੀ। ਸਾਡੀ ਵੀ ਜੋ ਅੰਮ੍ਰਿਤ ਨੇ ਦੱਸਿਆ ਉਹ ਵੈਦ ਵੀ ਇੱਕ ਕਾਰਨ ਹੋਇਆ, ਅਤੇ ਉਸ ਤੋਂ ਬਾਅਦ ਜਿਹੜਾ ਇਸ ਪੁਨਰਨਵਾਂ ਪੰਜਾਬ ਨੂੰ ਸ਼ੁਰੂ ਕਰਨ ਦੇ ਵਿੱਚ ਅਸੀਂ 3 ਸਾਥੀ ਹਾਂ, ਅੰਮ੍ਰਿਤ ਔਰ ਮੈਂ ਅਤੇ ਇੱਕ ਸਾਡਾ ਦੋਸਤ ਆ ਅਰਵਿੰਦਰ ਸਿੰਘ ਰੈਵੀ। ਉਹ ਵੀਰ ਨੂੰ ਪਿਛਲੇ ਮਤਲਬ 2 ਸਾਲ ਦੀ ਗੱਲ ਹੈ, ਉਹਨੂੰ ਬਲੱਡ ਕੈਂਸਰ ਹੋਇਆ। ਬਲੱਡ ਕੈਂਸਰ ਦੀ ਇੱਕ ਟਾਈਪ ਹੁੰਦੀ ਹੈ ALL, ਉਹ ਟਾਈਪ ਦਾ ਉਹਨੂੰ ਬਲੱਡ ਕੈਂਸਰ ਹੋਇਆ। ਅਸੀਂ ਸਾਰੇ ਕਿਤੇ ਇੱਥੇ ਲੋਕਲ ਬਠਿੰਡਾ ਦੇ ਵਿੱਚ, ਫਰੀਦਕੋਟ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਅਸੀਂ ਘੁੰਮੇ ਅਤੇ ਸਾਨੂੰ ਸਭ ਕਿਤੋਂ ਜਵਾਬ ਦਿੱਤਾ, ਇੱਥੋਂ ਤੱਕ ਕਿ ਸੰਗਰੂਰ PGI ਤੋਂ, ਏਮਜ ਬਠਿੰਡਾ ਤੋਂ, ਕਿਤੇ ਸਾਡੇ ਕੋਲ ਸਿਰਫ 2 ਆਪਸ਼ਨਾਂ ਸੀ ਉਸ ਟਾਈਮ 'ਤੇ, ਇੱਕ PGI ਦੀ ਅਤੇ ਇੱਕ ਦਿੱਲੀ ਏਮਸ ਦੀ। ਲੋਕਡਾਊਨ ਕਰਕੇ ਕਿਤੇ ਵੀ ਕੋਈ ਇੱਦਾਂ ਦੀ ਨਾ ਐਡਮਿਸ਼ਨ ਹੁੰਦੀ ਸੀ। ਚਲੋ ਅਸੀਂ ਬੜੀ ਮਿਹਨਤ ਮੁਸ਼ੱਕਤ ਦੇ ਨਾਲ, ਸਾਡੀ ਸਾਰੀ ਟੀਮ ਸੀ, ਅਤੇ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕੀਤਾ। ਅਤੇ ਖੁਦ ਅਸੀਂ ਮਤਲਬ ਮੇਰੇ ਡਾਕਟਰ ਹੋਣ ਦਾ ਇਹ ਫਾਇਦਾ ਹੋਇਆ ਕਿ ਮੈਂ ਵੱਡੇ ਹਸਪਤਾਲਾਂ 'ਚ ਕੰਮ ਕਰਦਾ ਸੀ ਐਜ EMO, ਐਮਰਜੈਂਸੀ ਮੈਡੀਕਲ ਆਫਿਸਰ। ਮੈਨੂੰ ਪਤਾ ਸੀ ਸਾਰਾ। ਅਸੀਂ ਖੁਦ ਦਾ ICU ਬਣਾਇਆ, ਸਿੰਘ ਸਾਹਿਬ ਜੀ ਨੇ ਸਾਡੀ ਮਦਦ ਕੀਤੀ। ਉਹਨਾਂ ਨੇ ਸਾਨੂੰ ਸਰਾਂ ਦੇ ਵਿੱਚ ਇੱਕ ਕਮਰਾ ਦਿਵਾਇਆ ਚੰਡੀਗੜ੍ਹ ਦੇ ਵਿੱਚ, ਅਸੀਂ ਖੁਦ ਦਾ ICU ਬਣਾਇਆ।
ਤੇ ਸਾਨੂੰ ਸਭ ਕਿਤੋਂ ਜਵਾਬ ਦਿੱਤਾ ਸੀ। ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜੀ ਅਸੀਂ ਤੁਹਾਨੂੰ ਟ੍ਰੀਟਮੈਂਟ ਲਿਖ ਕੇ ਦੇ ਦਿਆ ਕਰਾਂਗੇ, ਤੁਸੀਂ ਪ੍ਰਾਈਵੇਟ ਹਸਪਤਾਲ ਤੋਂ ਕਿਤੋਂ ਕਰਵਾਓ। ਉਹਨਾਂ ਦੀ ਕੀਮੋ ਲੱਗਣੀ ਹੁੰਦੀ ਸੀ। ਇੱਕ ਕੀਮੋ ਦਾ ਕੋਈ ਵੀ ਨਿੱਕੇ ਤੋਂ ਨਿੱਕਾ ਪ੍ਰਾਈਵੇਟ ਹਸਪੀਟਲ ਸਾਡੇ ਤੋਂ 7-8 ਹਜ਼ਾਰ ਰੁਪਈਆ ਮੰਗਦਾ ਸੀ ਇੱਕ ਦਿਨ ਦਾ, ਇੱਕ ਕੀਮੋ ਲੱਗਣ ਦਾ। ਤੇ ਚਲੋ ਸਾਡੇ ਕੋਲ ਸਾਧਨ ਸੀ, ਅਸੀਂ ਖੁਦ ਦਾ ਆਪਣਾ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਇੱਕ ICU ਟਾਈਪ, ਕਿਉਂਕਿ ਕੋਵਿਡ ਦੇ ਵਿੱਚ ਸੈਨੀਟਾਈਜੇਸ਼ਨ ਵੀ ਚਾਹੀਦੀ ਸੀ, ਅਸੀਂ ਖੁਦ ਦਾ ਉੱਦਾਂ ਦਾ ਮਾਹੌਲ ਬਣਾਇਆ। ਉਸ ਦੇ ਵਿੱਚੋਂ ਫਿਰ ਅਸੀਂ ਜਦੋਂ ਹੌਲੀ ਹੌਲੀ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ, ਨਾਲ ਆਯੁਰਵੈਦਿਕ ਦਵਾਈਆਂ ਵੀ ਉਹਨੂੰ ਸ਼ੁਰੂ ਕੀਤੀਆਂ, ਕਿਉਂਕਿ ਇਮਿਊਨਿਟੀ ਬੰਦੇ ਦੀ ਬਹੁਤ ਡਾਊਨ ਹੋ ਜਾਂਦੀ ਹੈ। ਉਸ ਟਾਈਮ ਤੇ ਸਾਨੂੰ PGI ਦੇ ਡਾਕਟਰਾਂ ਨੇ ਇਹ ਲਿਖ ਕੇ ਲਿਆ ਸੀ ਸਾਡੇ ਤੋਂ ਕਿ ਇਸ ਬੰਦੇ ਦਾ ਇਲਾਜ ਅਸੀਂ ਤੁਹਾਡੀ ਸਿਫਾਰਸ਼ ਹੋਣ ਕਰਕੇ, ਕਿਉਂਕਿ ਇਹ ਸਿੰਘ ਸਾਹਿਬ ਜੀ ਨਾਲ ਅਰਵਿੰਦਰ ਦੀ ਡਿਊਟੀ ਸੀ, ਤੇ ਸਿੰਘ ਸਾਹਿਬ ਜੀ ਨੇ ਮਤਲਬ ਕਾਫੀ ਵੱਡੀ ਸਿਫਾਰਸ਼ ਲਗਵਾ ਕੇ ਸਾਡੀ ਇੱਕ ਵਾਰ ਉਹਨਾਂ ਨੇ ਬਾਂਹ ਫੜ ਲਈ। ਉਹ ਕਹਿੰਦੇ ਜੀ ਤੁਹਾਡੀ ਸਿਫਾਰਸ਼ ਕਰਕੇ ਅਸੀਂ ਇਹਦੀ ਬਾਂਹ ਤਾਂ ਫੜ ਰਹੇ ਹਾਂ, ਪਰ ਤੁਹਾਡਾ ਬੰਦਾ ਨਹੀਂ ਬਚਣਾ, ਨਾ ਤੁਸੀਂ ਇੰਨਾ ਮਹਿੰਗਾ ਟ੍ਰੀਟਮੈਂਟ ਕਰਵਾ ਸਕਦੇ ਹੋ, ਤੁਹਾਨੂੰ ਬਾਹਰੋਂ ਕੀਮੋ ਲਵਾਉਣੀਆਂ ਪੈਣਗੀਆਂ, ਇੱਦਾਂ ਹੋਊਗਾ। ਤੇ ਉਹਨਾਂ ਨੇ ਸਾਡੇ ਤੋਂ ਬਕਾਇਦਾ ਪੁੱਛਿਆ ਵੀ ਇਹਦੀ ਜ਼ਮੀਨ ਕਿੰਨੀ ਹੈ, ਇਹਦੀ ਤਨਖਾਹ ਕਿੰਨੀ ਹੈ, ਤੇ ਕਿੰਨੇ ਬੰਦੇ ਤੁਸੀਂ ਕਿਵੇਂ ਇਹਦਾ ਟ੍ਰੀਟਮੈਂਟ ਕਰਵਾਓਗੇ। ਤੇ ਉਹਨਾਂ ਨੇ ਸਾਨੂੰ, ਜੇ ਤਾਂ ਮਤਲਬ ਕੋਈ ਹੋਰ ਹੁੰਦਾ ਤਾਂ ਉਹ ਪਹਿਲਾਂ ਹੀ ਉਹਨੇ ਹਾਰ ਜਾਣਾ ਸੀ, ਕਿਉਂਕਿ ਇੱਕ ਦਿਨ ਦਾ ਜੇ ਤੁਸੀਂ ਦੇਖਿਓ ਮਤਲਬ 8-8 9-9 ਹਜ਼ਾਰ ਰੁਪਈਆ। ਤੇ ਉੱਤੋਂ ਕੋਵਿਡ ਦਾ ਟਾਈਮ, ਕੋਵਿਡ ਦੇ ਟਾਈਮ ਦੇ ਵਿੱਚ ਇਹ ਹੁੰਦਾ ਸੀ ਵੀ ਥੋੜ੍ਹੀ ਜਿਹੀ ਇਨਫੈਕਸ਼ਨ ਆਈ, ਕੈਂਸਰ ਦੇ ਮਰੀਜ਼ ਨੂੰ ਨਾਲ ਦੀ ਨਾਲ ਕੋਵਿਡ ਹੁੰਦਾ ਸੀ, ਤੇ ਅਸੀਂ ਨਾਲ ਆਯੁਰਵੈਦਿਕ ਦਵਾਈਆਂ ਦਿੱਤੀਆਂ। ਆਯੁਰਵੈਦਿਕ ਦਵਾਈਆਂ ਜਿਹੜੀਆਂ ਹੈਗੀਆਂ ਨੇ ਆਪਣੀ ਇਮਿਊਨਿਟੀ 'ਤੇ ਸਭ ਤੋਂ ਵੱਡਾ ਕੰਮ ਕਰਦੀਆਂ। ਕੋਈ ਵੀ ਰੋਗ ਹੁੰਦਾ, ਉਹ ਰੋਗ ਦੇ ਹੋਣ ਦੇ ਕਾਰਨ ਦੇ ਵਿੱਚ ਇੱਕ ਅਹਿਮ ਰੋਲ ਆਪਣੀ ਇਮਿਊਨਿਟੀ ਅਦਾ ਕਰਦੀ ਹੈ। ਏਡਜ਼ ਆ, ਉਹ ਵੀ ਇੱਕ ਇਮਿਊਨੋ ਡੈਫੀਸ਼ੈਂਸੀ ਬਿਮਾਰੀ ਹੈ, ਤੇ ਹੋਰ ਵੀ ਇੱਦਾਂ ਦੀਆਂ ਬਿਮਾਰੀਆਂ ਨੇ। ਜਦੋਂ ਆਪਣੀ ਇਮਿਊਨਿਟੀ ਡਾਊਨ ਹੋ ਜਾਂਦੀ ਹੈ, ਆਪਣੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਤੇ ਆਪਣਾ ਜਿਹੜਾ ਅੰਦਰਲੀ ਹਿੰਮਤ ਜਜ਼ਬਾ ਇਹ ਘਟ ਜਾਂਦਾ, ਉਦੋਂ ਬਿਮਾਰੀ ਸਾਡੇ 'ਤੇ ਭਾਰੂ ਹੁੰਦੀ ਹੈ। ਆਯੁਰਵੇਦ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਲੜਨ ਦੇ ਸਮਰੱਥ ਬਣਾਉਂਦਾ। ਆਯੁਰਵੇਦ ਨੇ ਅਸੀਂ ਸ਼ੁਰੂ ਕੀਤਾ, ਉਹਦੀ ਇਮਿਊਨਿਟੀ ਇੱਦਾਂ ਦੀ ਬਣਾਈ, ਡਾਕਟਰਾਂ ਨੇ ਵੀ ਸਾਨੂੰ ਕਿਹਾ ਬਾਰ-ਬਾਰ ਵੀ ਇਹ ਬੰਦਾ ਬਚ ਕਿੱਦਾਂ ਗਿਆ, ਇਹ ਹੋ ਹੀ ਨਹੀਂ ਸੀ ਸਕਦਾ। ਤੇ ਵੀ ਅਸੀਂ ਤਾਂ ਮਤਲਬ ਤੁਹਾਨੂੰ ਕਿਹਾ ਸੀਗਾ ਵੀ ਇਹਦੇ ਚਾਂਸ ਹੈ ਨਹੀਂ। ਤੇ ਅੱਜ ਅਸੀਂ ਵੀਰ ਨੂੰ ਤੁਹਾਡੇ ਨਾਲ ਵੀ ਮਿਲਾਵਾਂਗੇ, ਮੈਂ ਕੋਸ਼ਿਸ਼ ਕਰਦਾ ਵੀ ਵੀਰ ਨੂੰ ਹੁਣੇ ਬੁਲਾ ਕੇ ਆਪਾਂ ਉਹਨਾਂ ਦੇ ਮੂੰਹੋਂ ਵੀ ਇਹ ਚੀਜ਼ਾਂ ਸੁਣੀਏ। ਤੇ ਉਦੋਂ ਹੀ ਅਸੀਂ ਆਏ, ਕਿਉਂਕਿ ਸਾਡੇ ਖੇਤੇ ਦੇ ਵਿੱਚ ਤੁਸੀਂ ਗੱਲ ਕੀਤੀ, ਕੈਂਸਰ ਦੀ ਬਹੁਤ ਵੱਡੀ ਮਾਰ ਹੈ, ਤੇ ਕੈਂਸਰ ਦੇ ਕਾਰਨਾਂ ਦੇ ਉੱਪਰ ਵੀ ਅਸੀਂ ਕੰਮ ਕਰਨਾ। ਉਹਦਾ ਕੀ ਹੈ, ਸਭ ਤੋਂ ਵੱਡੀ ਹੈਗੀ ਨਦੀਨ ਨਾਸ਼ਕ, ਉਹਨਾਂ ਦੀ ਆਪਾਂ ਕਦੇ ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਉਹਦੇ ਵਿੱਚ ਕਾਫੀ ਚੀਜ਼ਾਂ ਅਸੀਂ ਰਾਈਜੋ ਫਿਲਟਰੇਸ਼ਨ ਇੱਦਾਂ ਦੇ ਪਲਾਂਟਸ ਲਾ ਸਕਦੇ ਹਾਂ ਵੀ ਜਿਹੜੇ ਆਪਣੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਘਟਾ ਸਕਦੇ ਨੇ। ਉਹਦੇ ਉੱਪਰ ਇੱਕ ਵੱਖਰੀ ਇੰਟਰਵਿਊ ਹੋ ਸਕਦੀ ਹੈ, ਆਪਾਂ ਜ਼ਿਆਦਾ ਲੰਬਾ ਨਾ ਕਰੀਏ। ਤੇ ਉਹੀ ਚੀਜ਼ਾਂ ਨੂੰ ਅਸੀਂ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਸੀ, ਜੇ ਹੁਣ ਅਸੀਂ ਇੱਥੇ ਹਸਪੀਟਲ ਦੇ ਵਿੱਚ ਬਾਹਰ ਲਿਖ ਕੇ ਵੀ ਲਗਾਇਆ ਕਿ ਕੈਂਸਰ ਦੇ ਮਰੀਜ਼ਾਂ ਦਾ ਜਿਹੜਾ ਕੰਜ਼ਰਵੇਟਿਵ ਟ੍ਰੀਟਮੈਂਟ ਹੋਊਗਾ। ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਮਤਲਬ ਪੂਰਾ ਉਹਨਾਂ ਦਾ ਟ੍ਰੀਟਮੈਂਟ ਕਰਾਂਗੇ। ਕੰਜ਼ਰਵੇਟਿਵ ਟ੍ਰੀਟਮੈਂਟ ਦਾ ਮਤਲਬ ਹੁੰਦਾ ਕਿ ਉਹਦੀ ਮਦਦ ਕਰਨੀ, ਦੂਸਰੇ ਟ੍ਰੀਟਮੈਂਟ ਦੇ ਵਿੱਚ ਅਸੀਂ ਸਹਾਇਕ ਹੋਣਾ। ਮੰਨ ਲਓ ਕਿਸੇ ਦਾ ਕੋਈ ਬਲੱਡ ਲੱਗਣਾ, ਕਿਸੇ ਨੂੰ ਕੋਈ ਮੈਡੀਸਨ ਲੱਗਣੀ ਆ, ਤਾਂ ਅਸੀਂ ਉਹਦੇ ਤੋਂ ਸਿਰਫ ਮੈਡੀਸਨ ਤੋਂ ਬਿਨਾਂ ਕੋਈ ਬੈੱਡ ਚਾਰਜਸ, ਕੋਈ ਨਰਸਿੰਗ ਚਾਰਜਸ, ਕੋਈ ਡਾਕਟਰ ਚਾਰਜਸ ਕੋਈ ਨਹੀਂ ਲਵਾਂਗੇ, ਕਿਉਂਕਿ ਅਸੀਂ ਆਪਣੇ ਬੰਦੇ ਨੂੰ ਦੇਖਿਆ। ਤੇ ਉਦੋਂ ਇਹ ਵੀ ਲੱਗਦਾ ਹੁੰਦਾ ਸੀ ਵੀ ਅੱਜ ਅਰਵਿੰਦਰ ਨੂੰ ਹੋਇਆ, ਕੱਲ ਮੈਨੂੰ ਵੀ ਹੋ ਸਕਦਾ। ਉਸੇ ਮਾਹੌਲ 'ਚ ਉਹ ਰਹਿ ਰਿਹਾ, ਉਸੇ ਮਾਹੌਲ 'ਚ ਮੈਂ ਰਹਿ ਰਿਹਾ। ਉਹੀ ਚੀਜ਼ਾਂ ਤੋਂ ਅਸੀਂ ਕਈ ਇੱਦਾਂ ਦੇ ਫੈਕਟ ਹੋਏ ਨੇ, ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਅਸੀਂ ਇਹ ਚੀਜ਼ ਸ਼ੁਰੂ ਕੀਤੀ ਹੈ ਵੀ ਆਪਾਂ ਕੋਸ਼ਿਸ਼ ਕਰੀਏ। ਦੇਖੋ ਕਿੰਨੀ ਕਾਮਯਾਬ ਹੁੰਦੀ ਹੈ ਉਹ ਪ੍ਰਮਾਤਮਾ ਨੂੰ ਪਤਾ। ਅਸੀਂ ਆਪਦੇ ਵੱਲੋਂ ਇੱਕ ਇਨੀਸ਼ੀਏਟਿਵ ਲੈ ਕੇ ਚੱਲੇ ਹਾਂ ਕਿ ਅਸੀਂ ਜਿੰਨਾ ਹੋ ਸਕਦਾ, ਜਿੰਨੀਆਂ ਇੱਥੋਂ ਦੀਆਂ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਨੇ, ਕਿਉਂਕਿ ਅਸੀਂ ਪੜ੍ਹਾਈ ਵੀ ਕੀਤੀ ਹੈ, ਤਾਂ ਉਹ ਵੀ ਮਤਲਬ ਇੱਦਾਂ ਹੀ ਆਪਾਂ ਕਹਿ ਲਈਏ ਬੜੇ ਘਰ ਦੇ ਤੰਗੀ ਤੁਰਸ਼ੀ ਵਾਲੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ, ਤੇ ਉਸ ਟਾਈਮ ਤੇ ਜਦੋਂ ਕਿਤੇ ਆਪ ਬਿਮਾਰ ਹੋ ਜਾਣਾ ਸੀ, ਤੇ ਬੜਾ ਇਹ ਲੱਗਦਾ ਵੀ ਯਾਰ ਕਿਤੋਂ ਕੋਈ ਸਸਤਾ ਟ੍ਰੀਟਮੈਂਟ ਮਿਲ ਜੇ, ਕਿਤੇ ਇਹ ਮਿਲ ਜੇ। ਤੇ ਅਸੀਂ ਜਿੰਨੇ ਵੀ ਇੱਥੋਂ ਦੇ, ਸਾਡੀ ਜਿਸ ਧਰਤੀ ਤੇ ਅਸੀਂ ਬੈਠੇ ਹਾਂ ਤਲਵੰਡੀ ਸਾਹਿਬ, ਇਹਨੂੰ ਗੁਰੂ ਕਾਸ਼ੀ ਕਿਹਾ ਜਾਂਦਾ, ਤੇ ਇੱਥੇ 3 ਯੂਨੀਵਰਸਿਟੀਆਂ ਤੇ ਅਨੇਕਾਂ ਹੀ ਕਾਲਜ ਨੇ। ਅਸੀਂ ਮਤਲਬ ਕੋਸ਼ਿਸ਼ ਲੈ ਕੇ ਚੱਲੇ ਹਾਂ ਕਿ ਸਾਰੀਆਂ ਜਿੰਨੀਆਂ ਵੀ ਵਿਦਿਅਕ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਨੇ, ਉਹਨਾਂ ਨੂੰ ਅਸੀਂ ਘੱਟ ਤੋਂ ਘੱਟ ਖਰਚੇ ਦੇ ਵਿੱਚ ਉਹਨਾਂ ਨੂੰ ਟ੍ਰੀਟਮੈਂਟ ਦਈਏ। ਅਸੀਂ ਇੱਕ ਮਿਸਾਲ ਪੈਦਾ ਕਰਨੀ ਚਾਹੁੰਦੇ ਹਾਂ ਵੀ ਘੱਟ ਤੋਂ ਘੱਟ ਖਰਚੇ ਦੇ ਵਿੱਚ ਵੀ ਟ੍ਰੀਟਮੈਂਟ ਹੋ ਸਕਦਾ। ਦੇਖੋ ਆਪਣੇ ਖਰਚੇ ਹਸਪੀਟਲ ਦੇ ਹੁੰਦੇ ਨੇ, ਮੈਡੀਸਨ ਦੇ, ਨਰਸਿੰਗ ਦੇ, ਡਾਕਟਰ ਦੇ, ਸਾਰੇ ਖਰਚੇ ਹੁੰਦੇ ਨੇ, ਪਰ ਇੰਨੇ ਵੀ ਜ਼ਿਆਦਾ ਨਹੀਂ ਹੁੰਦੇ ਕਿ ਮਤਲਬ ਤੁਸੀਂ ਇੱਕ ਬੰਦੇ ਤੋਂ ਇੱਕ ਦਿਨ ਦਾ 10-10 20 ਹਜ਼ਾਰ ਰੁਪਈਆ ਲੈਂਦੇ ਹੋ। ਜੇ ਤੁਸੀਂ ਸਹੀ ਵੀ ਚੱਲਦੇ ਹੋ ਤਾਂ ਫਿਰ ਵੀ ਪ੍ਰਮਾਤਮਾ ਕੁਝ ਥੋੜ੍ਹਾ ਨਹੀਂ ਦਿੰਦਾ। ਤੇ ਇਹੀ ਚੀਜ਼ਾਂ ਦਾ ਅਸੀਂ ਕਨਸੈਪਟ ਲੈ ਕੇ ਚੱਲੇ ਹਾਂ। ਅੱਗੇ ਪ੍ਰਮਾਤਮਾ ਜਿੱਦਾਂ ਉਹਨਾਂ ਦੀ ਮਿਹਰ ਹੋਊਗੀ, ਤੇ ਮੈਂ ਜ਼ਰੂਰ ਅਰਵਿੰਦਰ ਨੂੰ ਤੁਹਾਡੇ ਨਾਲ ਇਸ ਤੋਂ ਬਾਅਦ ਆਪਾਂ ਜ਼ਰੂਰ ਮਿਲਾਵਾਂਗੇ, ਉਹਨਾਂ ਦਾ ਤੁਸੀਂ ਜ਼ਰੂਰ ਕਰਨਾ। ਤਾਂ ਪੁਨਰ ਨਵਾਂ ਪੰਜਾਬ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਹਸਪਤਾਲ ਹੈਗਾ, ਇਹਦਾ ਥੋੜ੍ਹਾ ਜਿਹਾ ਤੁਸੀਂ ਸਾਨੂੰ ਪਤਾ ਦੱਸ ਦਿਓ, ਬਾਈ ਚਾਂਸ ਕੋਈ ਆਵੇ ਤੇ
ਕੋਈ ਲੋੜਵੰਦ ਕੋਈ ਢਿੱਲਾ ਮਸਾ ਹੋਵੇ ਤੇ ਇੱਥੇ ਆਵੇ ਅਸੀਂ ਤਾਂ ਨੇ। ਜੀ ਜਿਵੇਂ ਆਪਾਂ ਤਲਵੰਡੀ ਸਾਬੋ ਪਹੁੰਚ ਜਾਂਦੇ ਆ, ਤਖਤ ਸਾਹਿਬ ਦਾ ਤਾਂ ਹਰ ਕਿਸੇ ਨੂੰ ਹੀ ਪਤਾ ਹੁੰਦਾ ਹੈ। ਤਖਤ ਸਾਹਿਬ ਤੋਂ ਪਹਿਲਾਂ ਖੰਡਾ ਚੌਂਕ ਆ ਜਾਂਦਾ ਮੇਨ। ਖੰਡਾ ਚੌਂਕ ਤੋਂ ਆਪਾਂ ਬਠਿੰਡੇ ਵਾਲੇ ਪਾਸੇ ਆਉਣਾ ਹੈ, ਮਤਲਬ ਕਰੀਬ 300 ਮੀਟਰ ਦੇ ਉੱਤੇ ਪਟਵਾਰੀ ਕਲੋਨੀ ਰਾਈਟ ਸਾਈਡ ਤੇ ਪੈ ਜਾਂਦੀ ਹੈ। ਪਟਵਾਰੀ ਕਲੋਨੀ ਦੇ 1 ਨੰਬਰ ਗਲੀ ਦੇ ਵਿੱਚ ਹੀ ਅੱਗੇ ਜਾ ਕੇ ਪੀਐਨਪੀ ਹਸਪੀਟਲ ਹੈ, ਉੱਥੇ ਬੋਰਡਿੰਗ ਲੱਗੇ ਹੋਇਆ, ਉੱਥੇ ਲੱਗ ਜੇ, ਉੱਥੋਂ ਹੀ ਪਤਾ ਲੱਗ ਜਾਂਦਾ ਹੈ। ਪਟਵਾਰੀ ਕਲੋਨੀ ਦੀ 1 ਨੰਬਰ ਗਲੀ ਖੰਡਾ ਚੌਂਕ ਦੇ ਕੋਲ ਜੀ, ਤਲਵੰਡੀ ਸਾਬੋ ਜੀ। ਤਾਂ ਪੁਨਰ ਨਵਾਂ ਪੰਜਾਬ ਹਸਪਤਾਲ ਦੇ ਵਿੱਚ ਅਸੀਂ ਬੈਠੇ ਹਾਂ, ਤਾਂ ਸਾਡੇ ਨਾਲ ਉਹ ਨੌਜਵਾਨ ਮੌਜੂਦ ਆ ਜਿਨ੍ਹਾਂ ਨੂੰ ਕੈਂਸਰ ਹੋ ਗਿਆ ਸੀਗਾ ਔਰ ਬੜੀ ਮਤਲਬ ਭਿਆਨਕ ਬਿਮਾਰੀ ਆ, ਔਰ ਇਹਨਾਂ ਦਾ ਇਲਾਜ ਜਿਹੜਾ ਹੈਗਾ ਡਾਕਟਰ ਗੁਰਵਿੰਦਰ ਔਰ ਅਮਰਤ ਹੁਣਾ ਨੇ, ਇਹਨਾਂ ਦੀ ਟੀਮ ਨੇ ਖੁਦ ਕੀਤਾ ਔਰ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਅੱਜ ਤੰਦਰੁਸਤ ਔਰ ਸਾਡੇ ਵਿੱਚ ਆ। ਅਰਵਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਤੁਹਾਡੇ ਤੇ ਜਿਹੜੀ ਹੈ ਇੱਕ ਮਾੜਾ ਸਮਾਂ ਕਹਿ ਲਓ ਹੈ ਨਾ ਆਇਆ ਸੀਗਾ, ਪਰਮਾਤਮਾ ਵੱਲੋਂ ਹੀ ਹੁੰਦੇ ਆ ਦੁੱਖ ਸੁੱਖ, ਤਾਂ ਕਿਵੇਂ ਫਿਰ ਇਲਾਜ ਤੁਹਾਡਾ ਕਿਸ ਤਰ੍ਹਾਂ ਕੀਤਾ ਇਹਨਾਂ ਨੇ? ਕਿਉਂਕਿ ਭੱਜ ਨੱਸ ਬੜੀ ਹੋਈ ਹੋਣੀ ਆ, ਦੱਸਦੇ ਆ ਵੀ PGI ਗਏ, ਫਲਾਣੇ ਥਾਂ ਗਏ, ਬੜੀ ਭੱਜ ਨੱਸ ਹੋਈ, ਉਹ ਥੋੜ੍ਹਾ ਜਿਹਾ ਸਾਨੂੰ ਵਾਕਿਆ ਦੱਸ ਦਿਓ। ਹਾਂਜੀ, ਜਦੋਂ ਸਟਾਰਟਿੰਗ 'ਚ ਮੈਨੂੰ ਬੁਖਾਰ ਹੋਇਆ ਸੀ ਤਾਂ ਡਾਕਟਰ ਗੁਰਵਿੰਦਰ ਜੀ ਹੋਰਾਂ ਨੇ, ਇਹਨਾਂ ਨੇ ਮਿਲ ਕੇ ਫਿਰ ਅਸੀਂ PGI ਤੋਂ ਟ੍ਰੀਟਮੈਂਟ ਸ਼ੁਰੂ ਕਰਵਾਇਆ ਸੀ। ਤਾਂ ਉੱਥੋਂ ਟ੍ਰੀਟਮੈਂਟ ਸ਼ੁਰੂ ਹੋਣ ਤੋਂ ਬਾਅਦ ਫਿਰ ਕੀਮੋਥੈਰੇਪੀ ਚੱਲਦੀ ਰਹੀ, ਤਾਂ ਉਸ ਦੇ ਨਾਲ ਨਾਲ ਇਹਨਾਂ ਨੇ ਆਯੁਰਵੈਦਿਕ ਮੈਡੀਸਨ ਵੀ ਮੈਨੂੰ ਲੈ ਕੇ ਦਿੱਤੀਆਂ, ਉਸ ਨਾਲ ਮੇਰਾ ਬਹੁਤ ਜ਼ਿਆਦਾ ਫਰਕ ਪੈ ਗਿਆ। ਸ਼ੁਰੂਆਤ ਮੰਨ ਲਓ, ਸ਼ੁਰੂਆਤ ਦੇ ਵਿੱਚ ਤੁਹਾਨੂੰ ਪਤਾ ਕਦੋਂ ਲੱਗਿਆ ਵੀ ਤੁਹਾਨੂੰ ਮਤਲਬ ਬਲੱਡ ਕੈਂਸਰ ਸੀ ਨਾ? ਬਲੱਡ ਕੈਂਸਰ ਸੀਗਾ, ਕਿੱਦਾਂ ਪਤਾ ਲੱਗਿਆ ਬਲੱਡ ਕੈਂਸਰ ਹੈ? ਮੈਨੂੰ ਜੂਨ 2020 ਦੇ ਵਿੱਚ ਬੁਖਾਰ ਹੋਇਆ ਸੀ ਫਸਟ ਟਾਈਮ, ਅਤੇ ਮੈਨੂੰ ਇੱਦਾਂ ਸੀ ਬੁਖਾਰ ਸੀ। ਫਿਰ ਮੈਂ ਡਾਕਟਰ ਸਾਹਿਬ ਨਾਲ ਸਲਾਹ ਕੀਤੀ, ਇਹ ਕਹਿੰਦੇ ਵੀ ਨਹੀਂ ਬੁਖਾਰ ਹੀ ਆ, ਕੋਈ ਜ਼ਿਆਦਾ ਨਹੀਂ ਪ੍ਰੋਬਲਮ ਹੈਗੀ। ਫਿਰ ਉਸ ਤੋਂ ਬਾਅਦ ਅਸੀਂ ਬਠਿੰਡੇ ਟੈਸਟ ਵਗੈਰਾ ਕਰਾਏ, ਫਿਰ ਥੋੜ੍ਹਾ ਲੱਗਿਆ ਸ਼ੱਕ ਵੀ ਹੋ ਸਕਦਾ ਕੈਂਸਰ ਹੋਵੇ। ਬੁਖਾਰ ਤੋਂ ਮਤਲਬ ਬੁਖਾਰ ਤੋਂ ਸਿੱਧਾ ਕੈਂਸਰ? ਹਾਂਜੀ, ਬੁਖਾਰ ਹੀ ਹੋਇਆ ਸੀ ਸਟਾਰਟਿੰਗ ਦੇ ਵਿੱਚ, ਅਤੇ ਉਸ ਤੋਂ ਬਾਅਦ ਥੋੜ੍ਹਾ ਬਹੁਤ ਦਰਦ ਹੁੰਦਾ ਸੀਗਾ ਅਤੇ ਉਹ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਸੀ। ਤਾਂ ਫਿਰ ਬਠਿੰਡੇ ਜਦੋਂ ਟੈਸਟ ਹੋਏ ਤਾਂ ਫਿਰ ਉਸ ਦੇ ਵਿੱਚ ਥੋੜ੍ਹਾ ਆਇਆ ਸੀਗਾ ਵੀ ਹੈ ਹੋ ਸਕਦਾ। ਫਿਰ ਉਹਨਾਂ ਨੇ ਅੱਗੇ ਬੋਨ ਮੈਰੋ ਦਾ ਟੈਸਟ ਹੁੰਦਾ ਜੋ, ਅਤੇ ਬੋਨ ਮੈਰੋ ਟੈਸਟ ਕਰਵਾਇਆ, ਉਹਦੇ ਵਿੱਚ ਫਿਰ ਕਨਫਰਮ ਹੋ ਗਿਆ ਸੀ ਵੀ ਬਲੱਡ ਕੈਂਸਰ ਆ। ਹਾਂਜੀ, ਤਾਂ ਜਦੋਂ ਬਲੱਡ ਕੈਂਸਰ ਦਾ ਪਤਾ ਲੱਗ ਗਿਆ ਤਾਂ ਦੇਖੋ ਬੰਦਾ ਇਨਸਾਨੀ ਸਰੀਰ ਹੈ, ਮਨ ਹੈ, ਕਈ ਵਾਰੀ ਬੰਦਾ ਥੋੜ੍ਹਾ ਡਰ ਵੀ ਜਾਂਦਾ, ਔਰ ਬੜੀ ਖਤਰਨਾਕ ਬਿਮਾਰੀ ਹੈ। ਤੁਹਾਨੂੰ ਵੀ ਪਤਾ ਵੀ ਇਲਾਜ ਬਹੁਤ ਮਹਿੰਗਾ ਹੈਗਾ ਔਰ ਨੁਕਸਾਨ ਵੀ ਬਹੁਤ ਸਾਰੇ ਲੋਕਾਂ ਦਾ ਹੋ ਜਾਂਦਾ। ਕਰਮਾਂ ਵਾਲੇ ਹੁੰਦੇ ਆ ਜਿਹੜੇ ਇਹ ਬਿਮਾਰੀ ਨੂੰ ਹਰਾ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਤਾਂ ਫਿਰ ਉਹ ਇਲਾਜ ਕਰਾਉਣ ਦਾ ਜਿਹੜਾ ਹੈਗਾ ਹਸਪਤਾਲਾਂ ਦੇ ਖਰਚੇ ਵੀ ਬਹੁਤ ਹੈ, ਉਤੋਂ ਲੋਕਡਾਊਨ ਵੀ ਸੀਗਾ ਉਦੋਂ। ਹਾਂਜੀ, ਇਹ ਤਾਂ ਹੈ ਸੀ, ਪਰ ਮੈਨੂੰ ਪਤਾ ਸੀਗਾ ਮੇਰੇ ਨਾਲ ਸਾਰੇ ਮੇਰੇ ਦੋਸਤ ਜਾਂ ਜਿਹੜੇ ਮੇਰੇ ਬੈਕ 'ਤੇ ਖੜ੍ਹੇ ਆ, ਉਹਨਾਂ ਨੇ ਮੇਰਾ ਸਾਥ ਦੇਣਾ। ਅਤੇ ਵੈਸੇ ਵੀ ਮੈਨੂੰ ਪਤਾ ਨਹੀਂ ਕਿਉਂ ਪਰਮਾਤਮਾ ਵੱਲੋਂ ਹੌਸਲਾ ਮਿਲਿਆ ਹੋਇਆ ਸੀ। ਜਿੱਦਾਂ ਮੈਨੂੰ ਕੋਈ ਕਹਿੰਦਾ ਸੀ ਯਾਰ, ਜਦੋਂ ਸਾਨੂੰ ਪਤਾ ਲੱਗਿਆ ਵੀ ਤੈਨੂੰ ਕੈਂਸਰ ਹੋ ਗਿਆ, ਤਾਂ ਉਹ ਕਹਿੰਦੇ ਸੀ ਵੀ ਅਸੀਂ ਡਰ ਜਾਂਦੇ ਸੀ ਵੀ ਕੈਂਸਰ, ਅਤੇ ਪਰ ਮੈਨੂੰ ਨਹੀਂ ਇੱਕ ਵਾਰੀ ਵੀ ਹੋਇਆ ਵੀ ਮੈਨੂੰ ਕੈਂਸਰ ਆ ਜਾਂ ਕੁਛ। ਮੈਂ ਇਹਨੂੰ ਨੋਰਮਲ ਹੀ ਰੱਖਿਆ, ਮੈਂ ਆਪਦੇ ਸਰੀਰ ਨੂੰ ਇਹੀ ਕਿਹਾ ਵੀ ਤੈਨੂੰ ਕੁਛ ਨਹੀਂ ਹੈਗਾ। ਅਤੇ ਮੈਂ ਹਮੇਸ਼ਾ ਚੜ੍ਹਦੀ ਕਲਾ, ਜੇ ਕਿਸੇ ਨੇ ਪੁੱਛਣਾ ਫੋਨ 'ਤੇ ਵੀ ਤੈਨੂੰ ਕੀ ਪ੍ਰੋਬਲਮ ਆ, ਠੀਕ ਠਾਕ ਆ, ਮੈਂ ਉਹਨੂੰ ਚੜ੍ਹਦੀ ਕਲਾ ਦਾ ਜਵਾਬ ਦੇਣਾ, ਹੋਰ ਕੋਈ ਜਵਾਬ ਨਹੀਂ ਸੀ ਮੇਰੇ ਕੋਲ। ਕਿਹੜੀ ਮਤਲਬ ਹਿੰਮਤ ਸੀ ਮਗਰ ਸ਼ਕਤੀ, ਕੀ ਕੰਮ ਕਰਦੀ ਸੀ? ਬੰਦਾ ਮਾੜਾ ਜਿਹਾ ਕਿਤੇ ਠੇਡਾ ਵੱਜੇ ਤਾਂ ਬੰਦਾ ਕਹਿੰਦਾ ਯਾਰ ਹਾਂ, ਕੋਈ ਫੋਨ ਕਰੇ ਨਾ, ਹਾਂ ਬਾਈ ਠੇਡਾ ਵੱਜ ਗਿਆ, ਕੀ ਕਰੀਏ, ਮੇਰੇ ਵਰਗਾ ਇੱਦਾਂ ਕਰਦਾ ਰਹਿੰਦਾ? ਨਹੀਂ, ਬਸ ਮੇਰੇ ਕੋਲ ਚੜ੍ਹਦੀ ਕਲਾ ਸੀ ਇਕੱਲੀ, ਉਹ ਚੜ੍ਹਦੀ ਕਲਾ ਜੋ ਗੁਰੂ ਸਾਹਿਬਾਂ ਨੇ ਦਿੱਤੀ ਹੋਈ ਬਸ। ਅਤੇ ਕਈ ਵਾਰੀ ਮੈਂ ਪਏ ਨੇ ਬੈੱਡ 'ਤੇ ਪਿਆ ਹੁੰਦਾ ਤਾਂ ਉੱਥੇ ਸੋਚਦੇ ਰਹਿਣਾ, ਮੈਂ ਸੱਚੀ ਮੁੱਚੀ ਇਹੀ ਸੋਚਦਾ ਸੀ ਵੀ ਜਦੋਂ ਸਰਸਾ ਨਦੀ ਦਾ ਗੁਰੂ ਸਾਹਿਬ ਦਾ ਇਤਿਹਾਸ ਮੈਂ ਸੱਚੀ ਯਾਦ ਕਰਦਾ ਰਿਹਾ ਉਦੋਂ, ਵੀ ਗੁਰੂ ਸਾਹਿਬ 'ਤੇ ਕਿੰਨੇ ਮਾੜੇ ਸਮੇਂ ਆਏ ਆ। ਅਤੇ ਇਹ ਤਾਂ ਇੱਕ ਨਿੱਕੀ ਜਿਹੀ ਬਿਮਾਰੀ ਹੈ। ਮੈਨੂੰ ਕੈਂਸਰ ਬਾਰੇ ਮੈਂ ਸਰਚ ਵੀ ਕੀਤਾ, ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਕੈਂਸਰ ਆ। ਸਟਾਰਟਿੰਗ ਦੇ ਵਿੱਚ ਮੈਨੂੰ ਦੱਸਿਆ ਨਹੀਂ ਸੀ ਵੀ ਤੈਨੂੰ ਕੈਂਸਰ ਹੋਇਆ, ਤਾਂ ਜਦੋਂ ਮੈਨੂੰ ਬੋਨ ਮੈਰੋ ਟੈਸਟ ਦਾ ਪਤਾ ਲੱਗਾ ਵੀ ਬੋਨ ਮੈਰੋ ਟੈਸਟ ਕੈਂਸਰ ਦਾ ਹੁੰਦਾ, ਅਤੇ ਫਿਰ ਮੈਂ ਸੋਚਿਆ ਵੀ ਸ਼ਾਇਦ ਕੈਂਸਰ ਹੋਏਗਾ, ਹਾਂ, ਪਰ ਟੈਨਸ਼ਨ ਨਹੀਂ ਮੈਂ ਲਈ ਕੋਈ ਵੀ। ਤਾਂ ਤੁਸੀਂ ਉਹ ਤਸਵੀਰ ਦਿਖਾ ਰਹੇ ਸੀ ਸਾਨੂੰ, ਉਹ ਜ਼ਰੂਰ ਦਿਖਾ ਦਿਓ, ਕਿਉਂਕਿ ਕੈਂਸਰ ਦੇ ਵਿੱਚ ਜਦੋਂ ਕੀਮੋ ਵਗੈਰਾ ਲੱਗਦੀ ਵਾਲ ਝੜ ਜਾਂਦੇ ਆ। ਤੁਸੀਂ ਅਮਰਧਾਰੀ ਸਿੰਘ ਸੀ, ਤੁਹਾਡੇ ਵੀ ਫਿਰ ਕੇਸ ਝੜ ਗਏ ਸੀ? ਹਾਂਜੀ ਹਾਂਜੀ, ਬਿਲਕੁਲ ਕੇਸ ਝੜ ਗਏ ਸੀ। ਇਸ ਤਰ੍ਹਾਂ ਮੇਰੇ ਜਿਹੜੇ ਫੇਸ ਦੇ ਕੇਸ ਸੀ ਉਹ ਵੀ ਝੜ ਗਏ ਸੀ, ਅਤੇ ਸਿਰ ਵਾਲੇ ਕੇਸ ਵੀ ਝੜ ਗਏ ਸੀ ਬਿਲਕੁਲ। ਹਾਂਜੀ ਹਾਂਜੀ, ਬਿਲਕੁਲ। ਤਾਂ ਉਦੋਂ ਜਦੋਂ ਤੁਸੀਂ ਕਹਿੰਦੇ ਵੀ ਬੋਨ ਮੈਰੋ ਟੈਸਟ ਹੋਇਆ, ਫਿਰ ਇੱਥੋਂ ਬਠਿੰਡਿਓਂ ਇਲਾਜ ਚੱਲਿਆ ਜਾਂ ਕਿਸ ਤਰ੍ਹਾਂ ਹੋਇਆ? ਕਿਉਂਕਿ ਤੁਹਾਡੇ ਪਰਿਵਾਰ ਕੋਲ ਜਾਇਦਾਦ ਜਾਂ ਆਮਦਨ ਦਾ ਸਾਧਨ ਕੀ ਹੈਗਾ, ਉਹ ਵੀ ਥੋੜ੍ਹਾ ਦੱਸ ਦਿਓ, ਕੋਈ ਖਰਚਾ ਬਹੁਤ ਹੁੰਦਾ ਕੈਂਸਰ ਦੇ ਤਾਂ? ਹਾਂਜੀ, ਸਾਧਨ ਤਾਂ ਹੈ ਨਹੀਂ ਸੀ ਮੇਰੇ ਕੋਲ ਕੋਈ ਜ਼ਿਆਦਾ ਇਲਾਜ ਕਰਵਾਉਣ ਲਈ। ਪਹਿਲਾਂ ਇੱਥੇ ਬਠਿੰਡੇ ਸੀ, ਇਹਨਾਂ ਨੇ ਕਿਹਾ ਸੀ ਵੀ ਜ਼ਿਆਦਾ ਖਰਚਾ ਆਏਗਾ, ਪ੍ਰਾਈਵੇਟ ਸੀ। ਅਤੇ ਫਿਰ ਮੇਰੀ ਸਾਰਿਆਂ ਨਾਲ ਗੱਲਬਾਤ ਹੋਈ, ਡਾਕਟਰ ਗੁਰਵਿੰਦਰ ਨਾਲ ਜਾਂ ਸਿੰਘ ਸਾਹਿਬ ਜੀ ਨਾਲ ਵੀ ਗੱਲ ਹੋਈ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਸੀ। ਤਾਂ ਉਹਨਾਂ ਨੇ ਫਿਰ PGI ਤੋਂ ਮੇਰਾ ਟ੍ਰੀਟਮੈਂਟ ਸ਼ੁਰੂ ਕਰਵਾ ਦਿੱਤਾ ਸੀ। ਤਾਂ ਉੱਥੋਂ ਫਿਰ ਜਦੋਂ ਮੈਂ ਟ੍ਰੀਟਮੈਂਟ ਸ਼ੁਰੂ ਹੋਇਆ
ਤੇ ਹੌਲੀ ਹੌਲੀ ਫਿਰ ਇਸ ਤਰ੍ਹਾਂ ਸਾਰਿਆਂ ਨੇ ਸਾਥ ਦਿੱਤਾ ਤੇ ਜਿੰਨੇ ਵੀ ਮੇਰੇ ਨਾਲ ਖੜੇ ਸੀ ਸਾਰਿਆਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਤਾਂ ਇਹ 'ਚ ਹੁਣ ਆਪਾਂ ਪੁਨਰ ਨਵਾਂ ਪੰਜਾਬ ਹਸਪਤਾਲ ਹੈਗਾ, ਤੁਸੀਂ ਵੀ ਇਹਦੇ ਇੱਕ ਜਿਹੜਾ ਕਹਿ ਲਓ ਵੀ ਇਹਨਾਂ ਦੇ ਨਾਲ ਟੀਮ ਦੇ ਵਿੱਚ ਸ਼ਾਮਲ ਹੋ। ਤਾਂ ਆਯੁਰਵੈਦਿਕ ਦਵਾਈ ਦਾ ਜਿਹੜਾ ਇਸ ਤੁਹਾਡੀ ਚਲੋ ਇੱਕ ਤਾਂ ਗੁਰੂ ਦੀ ਬਖਸ਼ਿਸ਼ ਸੀ, ਤੁਹਾਡੀ ਹਿੰਮਤ ਵੀ ਸੀਗੀ ਔਰ ਨਾਲ PGI ਦੇ ਡਾਕਟਰਾਂ ਦੀ ਵੀ ਜਿਹੜੀ ਆ ਉਹ ਟ੍ਰੀਟਮੈਂਟ ਸੀਗਾ ਔਰ ਆਯੁਰਵੈਦਿਕ ਦਵਾਈ ਜਿਹੜਾ ਹੁਣ ਇਹਨਾਂ ਨੇ ਇਹ ਸ਼ੁਰੂ ਕੀਤਾ ਹੈਗਾ, ਇਹਦਾ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਵਿੱਚ ਅਹਿਮ ਰੋਲ ਰਿਹਾ ਕਿਉਂਕਿ ਇਮਿਊਨਿਟੀ ਵੀ ਡਾਊਨ ਹੋ ਗਈ ਸੀ ਤੁਹਾਡੀ ਕਿਤੇ? ਹਾਂਜੀ ਹਾਂਜੀ, ਇਮਿਊਨਿਟੀ ਵਾਸਤੇ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਟ੍ਰੀਟਮੈਂਟ ਇੱਥੋਂ ਦਿੰਦੇ ਰਹੇ ਆ। ਤੇ ਬਾਕੀ ਜਿੱਦਾਂ ਕੈਂਸਰ ਦਾ ਹੁੰਦਾ ਵੀ ਬੰਦਾ ਹਿੰਮਤ ਹਾਰ ਜਾਂਦਾ, ਮੈਨੂੰ ਹਿੰਮਤ ਮੇਰੇ ਸਾਰੇ ਫਰੈਂਡ ਸਰਕਲ ਨੇ ਨਹੀਂ ਹਾਰਨ ਦਿੱਤੀ, ਸਾਰਿਆਂ ਨੇ ਹੌਸਲਾ ਦਿੱਤਾ ਮੈਨੂੰ ਬਹੁਤ ਜ਼ਿਆਦਾ। ਇਸ ਕਰਕੇ ਮੇਰਾ ਇਹ ਟ੍ਰੀਟਮੈਂਟ ਚੱਲਦਾ ਰਿਹਾ। ਤੇ ਫਿਰ ਅਸੀਂ ਇਹ ਸੰਸਥਾ ਵੀ ਇਸੇ ਕਰਕੇ ਹੀ ਇੱਕ ਹਿਸਾਬ ਨਾਲ ਬਣਾਈ ਸੀ ਕਿਉਂਕਿ ਜਦੋਂ ਮੇਰਾ ਟ੍ਰੀਟਮੈਂਟ ਚੱਲਦਾ ਸੀ ਉੱਥੋਂ PGI ਤੋਂ ਮੈਨੂੰ ਕਹਿ ਦਿੰਦੇ ਸੀ ਤੁਸੀਂ ਕੀਮੋ ਬਾਹਰੋਂ ਲਵਾ ਸਕਦੇ ਹੋ, ਤਾਂ ਬਾਹਰੋਂ ਜਦੋਂ ਲਵਾਉਂਦੇ ਸੀ ਤਾਂ ਉਹਦੇ ਬਹੁਤ ਜ਼ਿਆਦਾ ਖਰਚੇ ਆਉਂਦੇ ਸੀ, ਉਹ ਬੈੱਡ ਦੇ ਖਰਚੇ ਲੈ ਲੈਂਦੇ ਸੀ ਬਹੁਤ ਜ਼ਿਆਦਾ ਪ੍ਰਾਈਵੇਟ ਹਸਪੀਟਲ ਵਾਲੇ। ਤਾਂ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਆਪਾਂ ਇੱਕ ਛੋਟਾ ਜਿਹਾ ਹਸਪੀਟਲ ਕਰੀਏ ਤੇ ਨਾਲੇ ਤਾਂ ਆਪਾਂ ਆਯੁਰਵੇਦ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਤੇ ਨਾਲੇ ਜਿਹੜਾ ਜਿੱਦਾਂ ਕੋਈ ਜ਼ਰੂਰਤਮੰਦ ਹੁੰਦੇ ਆ ਉਹਨਾਂ ਦਾ ਇਲਾਜ ਜਾਂ ਜਿਹੜੇ ਕੈਂਸਰ ਦੇ ਪੇਸ਼ੈਂਟ ਹੁੰਦੇ ਆ ਵੀ ਉਹਨਾਂ ਦਾ ਆਪਾਂ ਘੱਟ ਤੋਂ ਘੱਟ ਖਰਚੇ ਦੇ ਵਿੱਚ ਇਲਾਜ ਕਰਨਾ ਹੀ ਕਰਨਾ। ਇਹ ਮੈਂ ਪਹਿਲਾਂ ਇਹਨਾਂ ਨੂੰ ਜਦੋਂ ਅਸੀਂ ਰਲ ਕੇ ਗੱਲ ਕੀਤੀ ਸੀ ਤਾਂ ਇਹ ਸ਼ੁਰੂ ਕੀਤਾ ਸੀ ਜੀ। ਤਾਂ ਫਿਰ ਕਿੰਨਾ ਚਿਰ ਜਿਹੜਾ ਇਲਾਜ ਤਾਂ ਅਜੇ ਵੀ ਕੋਈ ਚੱਲ ਰਿਹਾ ਹੈ, ਦਵਾਈ ਵਗੈਰਾ ਚੱਲਦੀ ਹੋਣੀ ਕਿ ਨਹੀਂ? ਹਾਂਜੀ ਹਾਂਜੀ, ਚੱਲਦਾ ਇਲਾਜ ਮੇਰਾ। ਪਹਿਲਾਂ ਉਹਨਾਂ ਨੇ ਦੱਸਿਆ ਸੀ 5 ਸਾਲ ਦਾ ਟ੍ਰੀਟਮੈਂਟ ਚੱਲੇਗਾ ਤੇ ਹਜੇ 2 ਸਾਲ ਹੋਏ ਨੇ ਤੇ 3 ਸਾਲ ਹੋਰ ਚੱਲੂਗਾ ਟ੍ਰੀਟਮੈਂਟ। ਜਦੋਂ ਬਦਲਾਅ ਜਿਹੜਾ ਹੈਗਾ ਕਿੰਨੇ ਕੁ ਚਿਰ 'ਚ ਤੁਹਾਨੂੰ ਲੱਗਣ ਲੱਗ ਪਿਆ ਇਹਨਾਂ ਦਵਾਈਆਂ ਨਾਲ, ਜਦੋਂ ਕੇਸ ਆਉਣ ਲੱਗ ਪਏ, ਜਦੋਂ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਨ ਲੱਗ ਪਏ, ਕਿੰਨਾ ਕੁ ਸਮਾਂ ਲੱਗਿਆ ਉਸ ਚੀਜ਼ ਤੇ ਰਿਕਵਰੀ ਤੇ? ਮੈਨੂੰ ਸਾਲ ਕੁ ਦਾ ਲੱਗ ਗਿਆ ਸੀਗਾ, ਲਗਭਗ 6 ਮਹੀਨਿਆਂ ਤੋਂ ਸਾਲ ਦੇ ਵਿੱਚ ਵੀ ਮੈਂ ਹੁਣ ਠੀਕ ਹੋਣ ਲੱਗ ਗਿਆ। ਕਿਉਂਕਿ ਪਹਿਲਾਂ ਜ਼ਿਆਦਾ ਸੀ ਵੀ ਜੇ ਮੈਂ 5-7 ਕਰਮ ਵੀ ਤੁਰਦਾ ਸੀ ਤਾਂ ਸਾਹ ਚੜ ਜਾਂਦਾ ਸੀ, ਬਿਲਕੁਲ ਵੀ ਤੁਰਿਆ ਨਹੀਂ ਜਾਂਦਾ ਸੀ। ਪਰ ਹੁਣ ਮੈਂ ਡੇਲੀ ਗਰਾਊਂਡ ਜਾਂਦਾ, ਰਨਿੰਗ ਵੀ ਕਰਦਾ ਤਾਂ ਉਸ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ 400 ਮੀਟਰ ਦੇ ਘੇਰੇ ਦੇ ਮੰਨ ਲਓ 1 ਕਿਲੋਮੀਟਰ ਡੇਲੀ ਲਗਭਗ ਭੱਜ ਲੈਂਦਾ। ਤਾਂ ਹੁਣ ਇੱਕ ਤੁਸੀਂ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਚਲੋ ਅਸੀਂ ਤਾਂ ਕਹਿੰਦੇ ਵੀ ਦੁਸ਼ਮਣ ਨੂੰ ਵੀ ਨਾ ਕਦੇ ਬਿਮਾਰੀ ਹੋਵੇ, ਪਰ ਸਰੀਰ ਬਣਿਆ, ਦੁੱਖ ਵੀ ਬਣਿਆ, ਸੁੱਖ ਵੀ ਬਣਿਆ, ਢਿੱਲ ਮੱਸਾ ਆਉਂਦੀ ਰਹਿੰਦੀ ਹੈ। ਤਾਂ ਬਾਈ ਚਾਂਸ ਕਿਸੇ ਨੂੰ ਇਹ ਨਾਮਰਾਦ ਬਿਮਾਰੀ ਹੋਵੇ ਜਿਹੜੀ ਬੜੀ ਭਿਆਨਕ ਜੀ ਹੈਗੀ ਹੈ, ਜਿੰਦਾ ਇਲਾਜ ਵੀ ਬੜਾ ਇਸ ਮੁਲਕ ਦੇ ਵਿੱਚ ਮਹਿੰਗਾ ਹੈਗਾ, ਹਾਲਾਂਕਿ ਸਰਕਾਰਾਂ ਦਾਅਵੇ ਕਰਦੀਆਂ ਔਰ ਇਹਦੇ ਕਾਰਨ ਕੀ ਹੈ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ, ਕਿਤੇ ਨਾ ਕਿਤੇ ਸਾਡੀ ਵੀ ਕਿਤੇ ਨਾ ਕਿਤੇ ਉਹ ਗਲਤੀ ਹੈ ਆਮ ਲੋਕਾਂ ਦੀ ਔਰ ਸਰਕਾਰਾਂ ਦੀ ਤਾਂ ਹੈ ਹੀ ਹੈ। ਪਾਣੀ ਹੈ ਸਾਡਾ ਜ਼ਹਿਰੀਲਾ ਹੋ ਗਿਆ, ਫੈਕਟਰੀਆਂ ਕੈਮੀਕਲ ਥੱਲੇ ਧੱਕ ਰਹੀਆਂ, ਬਹੁਤ ਸਾਰੇ ਕਾਰਨ ਇਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ 'ਚ ਕਿਸੇ ਦਿਨ ਖੁੱਲ੍ਹੀਆਂ ਗੱਲਾਂ ਕਰਾਂਗੇ। ਤਾਂ ਉਹਨਾਂ ਨੂੰ ਕੀ ਸੁਨੇਹਾ ਜਿਹੜੇ ਇਸ ਬਿਮਾਰੀ ਦੇ ਕਿਤੇ ਨਾ ਕਿਤੇ ਉਹ ਲਪੇਟ ਵਿੱਚ ਆਏ ਹੋਏ ਆ ਜਾਂ ਜਿਨ੍ਹਾਂ ਦੇ ਪਰਿਵਾਰ ਆਏ ਹੋਏ ਆ, ਉਹਨਾਂ ਨੂੰ ਕੀ ਸੁਨੇਹਾ? ਉਹਨਾਂ ਨੂੰ ਇਹ ਸੁਨੇਹਾ ਵੀ ਥੋੜ੍ਹਾ ਜਿਹਾ ਆਪਾਂ ਇਸ ਖੇਤੀ ਵਾਲੇ ਪਾਸੇ ਵੀ ਧਿਆਨ ਦਈਏ ਵੀ ਜਿਹੜੀ ਆਪਾਂ ਸਿਰਫ ਇੱਕ ਕਮਾਈ ਦੇ ਲਈ ਕਰ ਰਹੇ ਹਾਂ ਖੇਤੀ, ਤੇ ਹੋ ਸਕਦਾ ਕਿਸੇ ਨੂੰ ਮੰਨ ਲਓ ਮਾੜੀ ਲੱਗੇ ਇਹ ਗੱਲ ਵੀ ਖੇਤੀ ਨੂੰ ਐਂ ਕਹਿ ਰਹੇ, ਕਿਉਂਕਿ ਖੇਤੀ 'ਚ ਜੇ ਆਪਾਂ ਜ਼ਿਆਦਾ ਉਹ ਕਰਾਂਗੇ ਜਿਵੇਂ ਰੇਹਾਂ ਸਪਰੇਆਂ, ਜਿੰਨਾ ਆਪਾਂ ਯੂਰੀਆ ਸਿੱਟ ਰਹੇ ਹਾਂ ਇਹਦੇ ਨਾਲ ਕੈਂਸਰ, ਸਿਰਫ ਯੂਰੀਆ ਸਾਰਾ ਕੈਂਸਰ ਹੀ ਆ। ਤੇ ਬਾਕੀ ਇਹ ਗੱਲ ਆ ਵੀ ਜੇ ਕਿਸੇ ਨੂੰ ਪ੍ਰਮਾਤਮਾ ਦੀ ਕਿਰਪਾ ਵੀ ਨਾ ਹੀ ਹੋਵੇ, ਜੇ ਹੋ ਵੀ ਜਾਂਦਾ ਸਭ ਤੋਂ ਪਹਿਲਾਂ ਤਾਂ ਹੌਸਲਾ, ਜਿਹੜੇ ਹੌਸਲਾ ਰੱਖ ਲਿਆ ਉਹ ਇਸ ਬਿਮਾਰੀ ਤੋਂ ਬਾਹਰ ਆ। ਤੇ ਉਸ ਤੋਂ ਬਾਅਦ ਜਿਹੜਾ ਆਪਾਂ ਪ੍ਰਮਾਤਮਾ 'ਤੇ ਭਰੋਸਾ ਜਿਹਦਾ ਹੋਏਗਾ ਉਹ ਬਚੇਗਾ ਹੀ ਬਚੇਗਾ। ਕਿਉਂਕਿ ਮੈਂ ਸਭ ਤੋਂ ਪਹਿਲਾਂ ਜਿੱਦਣ ਮੈਨੂੰ ਮਾੜਾ ਜਿਹਾ ਲੱਗਿਆ ਸੀ ਮੈਂ ਹੁਣ ਤੁਰ ਫਿਰ ਸਕਦਾ, ਮੈਂ ਸਭ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਗਿਆ ਸੀ ਤੇ ਉੱਥੇ ਜਾ ਕੇ ਮੈਂ ਘੱਟੋ ਘੱਟ 4 ਘੰਟੇ ਲੰਗਰ ਦੇ ਵਿੱਚ ਭਾਂਡਿਆਂ ਦੀ ਸੇਵਾ ਕੀਤੀ। ਪਹਿਲਾਂ ਮੇਰੇ ਤੋਂ 1 ਮਿੰਟ ਨਹੀਂ ਖੜਾ ਜਾਂਦਾ ਸੀ, ਪਰ ਉੱਥੇ ਜਾ ਕੇ ਮੈਂ ਬਹੁਤ ਜ਼ਿਆਦਾ ਮੰਨ ਲਓ ਸੇਵਾ ਕਰ ਸਕੇ। ਤਾਂ ਇਹ ਭਰੋਸਾ ਬਹੁਤ ਕਮਾਲ ਦੀ ਚੀਜ਼ ਹੈ। ਭਰੋਸਾ ਹੋਵੇ ਤੇ ਫਿਰ ਔਰ ਜਦੋਂ ਭਰੋਸਾ ਹੋਊਗਾ ਫਿਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਫਿਰ ਲੰਗੜੇ ਵੀ ਪਰਬਰਾਂ ਤੇ ਚੜ੍ਹ ਜਾਂਦੇ ਆ, ਫਿਰ ਗੂੰਗੇ ਗਾਉਣ ਲੱਗ ਪੈਂਦੇ ਆ। ਔਰ ਤੁਹਾਡੇ ਸਾਹਮਣੇ ਆ ਵੀਰ, ਇਹਨਾਂ ਨੇ ਸਾਨੂੰ ਤਸਵੀਰਾਂ ਦਿਖਾਈਆਂ। ਜਿਹੜੀ ਦੂਜੀ ਤਸਵੀਰ ਸੀਗੀ ਜਦੋਂ ਇਹਨਾਂ ਦੇ ਸਾਰੇ ਕੇਸ ਝੜ ਗਏ, ਕਹਿੰਦੇ ਵੀ ਚਮੜੀ ਉਧੜਨ ਲੱਗ ਪਈ ਸੀ, ਮੂੰਹ ਦੇ ਵਿੱਚੋਂ ਵੀ ਜਿਹੜਾ ਮਾਸ ਉਧੜਨ ਲੱਗ ਪਿਆ ਸੀ, ਇੱਦਾਂ ਦੀ ਸਿਚੁਏਸ਼ਨ ਆ ਗਈ ਸੀ। ਪਰ ਇਹਨਾਂ ਦਾ ਭਰੋਸਾ ਕਾਇਮ ਰਿਹਾ। ਇਹ ਜਿਹੜੇ ਪੂਰਾ ਜਿਹੜਾ ਚੜ੍ਹਦੀ ਕਲਾ 'ਚ ਰਹੇ, ਮਹਾਰਾਜ 'ਤੇ ਭਰੋਸਾ ਰਿਹਾ ਔਰ ਚੰਗੇ ਇਹਨਾਂ ਨੂੰ ਜਿਹੜਾ ਹੈਗਾ ਉਹ ਇਲਾਜ ਕਰਨ ਵਾਲੇ ਡਾਕਟਰ ਮਿਲ ਗਏ, ਚੰਗੇ ਡਾਕਟਰ ਨੇ ਹੱਥ ਪਾਇਆ, ਚੰਗੇ ਮਿੱਤਰਾਂ ਨੇ ਸਾਥ ਦਿੱਤਾ ਇਹਨਾਂ ਨੂੰ, ਜਿਹੜੇ ਇਹਨਾਂ ਦੇ ਡਾਕਟਰ ਗੁਰਵਿੰਦਰ ਇਹਨਾਂ ਦੇ ਦੋਸਤ ਸੀਗੇ ਉਹਨਾਂ ਨੇ ਸਾਥ ਦਿੱਤਾ ਔਰ ਅੱਜ ਇਹ ਚੜ੍ਹਦੀ ਕਲਾ 'ਚ। ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਜਿਹੜੀਆਂ ਭਿਆਨਕ ਬਿਮਾਰੀਆਂ ਉਹ ਨਾ ਲੱਗਣ, ਪਰ ਜੇ ਕਿਤੇ ਲੱਗ ਜਾਂਦੀਆਂ, ਸਰੀਰ ਦੇ ਨਾਲ ਦੁੱਖ ਸੁੱਖ ਬਣੇ ਹੋਏ ਆ, ਤਾਂ ਉਹ ਹਿੰਮਤ ਜਿਹੜੀ ਹੈ ਸਭ ਤੋਂ ਪਹਿਲੀ ਜਿਹੜੀ ਹੈਗੀ ਉਹ ਜ਼ਰੂਰ ਰੱਖਣ। ਔਰ ਖਾਸ ਕਰਕੇ ਜਿਹੜਾ ਕੁਛ ਬਹੁਤਾ ਰੌਲਾ ਪਾਉਣ ਵਾਲੇ ਜਿਹੜੇ ਡਾਕਟਰ ਨੇ ਜੋ ਇਸ ਤਰ੍ਹਾਂ, ਉਹਨਾਂ ਤੋਂ ਬਚਾ ਕੇ ਜਿਹੜਾ ਹੈਗਾ ਉਹ ਆਪਣੇ ਖਾਣ ਪੀਣ ਵੱਲ ਜਿਹੜਾ ਹੈਗਾ ਲਗਾਤਾਰ ਧਿਆਨ ਰੱਖਿਆ ਜਾਵੇ। ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।